ਸ਼ਲੋਕ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਕਿਰਪਾ ਕਰਕੇ ਸਤ ਸੰਗਤ ਦੀਆਂ ਅਮੋਲਕ ਘੜੀਆਂ ਦਾ ਸਮਾਂ ਬਖਸ਼ਿਆ। ਸਤ ਸੰਗਤ ਵਿੱਚ ਬੈਠ ਕੇ ਆਪ ਸੰਗਤਾਂ ਗੁਰੂ ਕੀ ਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀਆਂ ਦਾ ਇਤਿਹਾਸ ਜੋ ਲੜੀ ਦੇ ਤਹਿਤ ਆਪਾਂ ਸਰਵਣ ਕਰ ਰਹੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਹੋਈ ਹੈ। ਭਾਈ ਜੈਤਾ ਜੀ ਮਹਾਰਾਜ ਜੀਆਂ ਦਾ ਸੀਸ ਲੈ ਕੇ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚ ਗਏ। ਇੱਧਰੋਂ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪਿਤਾ ਜੀਆਂ ਦਾ ਸੀਸ ਅੱਗੋਂ ਲੈਣ ਵਾਸਤੇ ਸੰਗਤਾਂ ਸਿੱਖਾਂ ਨੂੰ ਨਾਲ ਲੈ ਕੇ ਪਾਲਕੀ ਲੈ ਕੇ ਗਏ। ਵਾਹਿਗੁਰੂ ਸਤਿਗੁਰਾਂ ਦਾ ਸੀਸ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਾਲਕੀ ਦੇ ਵਿੱਚ ਬਿਰਾਜਮਾਨ ਕੀਤਾ। ਪਹਿਲਾਂ ਪਰਿਵਾਰ ਦੀ ਵਿਚਾਰ ਇਹ ਹੈ ਕਿ ਇਹ ਸੀਸ ਦਾ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਵਿੱਚ ਕੀਤਾ ਜਾਵੇ। ਬਾਅਦ ਵਿੱਚ ਮਾਤਾ ਗੁਜਰੀ ਜੀਆਂ ਨੇ ਸੋ ਇਹ ਗੱਲ ਕਹਿ ਦਿੱਤੀ ਹੈ ਕਿ ਸੀਸ ਦਾ ਸੰਸਕਾਰ ਅਸੀਂ ਆਪਣੇ ਨਗਰ ਵਿੱਚ ਕਰਾਂਗੇ। ਸਤਿਗੁਰੂ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦਾ ਹੈ, ਆਓ ਬੜੀ ਭਾਵਨਾ ਦੇ ਨਾਲ ਇਹਨਾਂ ਬਚਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਦ ਹੀ ਮੰਦ ਅਨੰਦਪੁਰੇ ਕਹੋ, ਆਵਤ ਸ਼ੋਕ ਬਿਲੰਦ ਉਪਾਏ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਸਮੇਤ ਸੰਗਤਾਂ ਦੇ ਹੌਲੀ ਹੌਲੀ ਪਾਲਕੀ ਮੋਢਿਆਂ ਤੇ ਸੰਗਤਾਂ ਨੇ ਚੁੱਕੀ ਹੋਈ ਹੈ। ਪਾਲਕੀ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ ਸੀਸ ਬਿਰਾਜਮਾਨ ਹੈ। ਗੁਰਬਾਣੀ ਪੜ੍ਹਦਿਆਂ ਹੋਇਆਂ, ਸ਼ਬਦ ਗਾਉਂਦਿਆਂ ਹੋਇਆਂ ਇਹ ਸਾਰੀ ਸੰਗਤ ਜੋ ਹੈ ਇਹ ਕੀਰਤਪੁਰ ਸਾਹਿਬ ਤੋਂ ਚੱਲ ਕੇ ਹੌਲੀ ਹੌਲੀ ਅਨੰਦਪੁਰ ਸਾਹਿਬ ਆ ਰਹੇ ਨੇ। ਕੁਝ ਸੰਗਤਾਂ ਵਿੱਚ ਵੈਰਾਗ ਵੀ ਕਰਦੀਆਂ ਨੇ। ਸਤਿਗੁਰਾਂ ਦਾ ਸੀਸ ਵੇਖ ਕੇ ਦਰਸ਼ਨ ਕਰਕੇ ਜਿਨ੍ਹਾਂ ਦਾ ਮਹਾਰਾਜ ਜੀਆਂ ਦੇ ਨਾਲ ਅਤ ਸਨੇਹ ਹੈ, ਉਹ ਸੰਗਤਾਂ ਜਿਹੜੀਆਂ ਨੇ ਮਨ ਵਿੱਚ ਸਤਿਗੁਰਾਂ ਦਾ ਪ੍ਰੇਮ ਯਾਦ ਕਰਕੇ, ਪਿਆਰ ਯਾਦ ਕਰਕੇ, ਜਿਸ ਪਿਆਰੇ ਸਿਓ ਨੇਹੋ ਤਿਸੇ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਜਿਨ੍ਹਾਂ ਦਾ ਐਸਾ ਨੇਹ ਬਣਿਆ, ਪ੍ਰੇਮ ਬਣਿਆ, ਉਹ ਸਤਿਗੁਰਾਂ ਦੇ ਦਰਸ਼ਨ ਅੰਤਮ ਕਰਕੇ ਤੇ ਵੈਰਾਗ ਕਰਦੇ ਹਨ। ਬ੍ਰਿੰਦ ਮਸੰਦਨ ਸੇਵਕ ਸਿੱਖ। ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਸੰਦ ਨੇ, ਜਿਹੜੇ ਗੁਰੂ ਘਰ ਦੇ ਉਸ ਵੇਲੇ ਪ੍ਰਚਾਰਕ ਸਨ ਜਾਂ ਗ੍ਰਾਹੀ ਇਕੱਠੀ ਕਰਕੇ ਲੈ ਕੇ ਆਉਂਦੇ, ਉਹਨਾਂ ਨੂੰ ਮਸੰਦ ਆਖਿਆ ਜਾਂਦਾ ਹੈ। ਕੁਝ ਮਸੰਦ ਨਾਲ ਨੇ, ਕੁਝ ਸੇਵਕ ਨਾਲ ਨੇ, ਸੇਵਾਦਾਰ, ਅਤੇ ਇਸੇ ਤਰ੍ਹਾਂ ਸਿੱਖ ਸੰਗਤਾਂ ਵੀ ਬਹੁਤੀਆਂ ਨਾਲ ਹਨ। ਵਿਮਾਨ ਚੌ ਦਿਸ਼ ਹੈ ਗਮਨਾਏ। ਤੇ ਸਤਿਗੁਰਾਂ ਦਾ ਜਿਹੜਾ ਵਿਮਾਨ ਹੈ ਨਾ, ਪਾਲਕੀ, ਜਿਹਦੇ ਉੱਪਰ ਗੁਰਮੁਖੋ ਮਹਾਰਾਜ ਦਾ ਸੀਸ ਬਿਰਾਜਮਾਨ ਕੀਤਾ ਹੈ ਨਾ, ਸੰਗਤ ਉਹਦੇ ਚਾਰ ਚੁਫੇਰੇ ਚੱਲ ਰਹੀ ਹੈ, ਕੋਈ ਸੱਜੇ, ਕੋਈ ਖੱਬੇ, ਕੁਝ ਪਿੱਛੇ। ਇਸੇ ਤਰ੍ਹਾਂ ਚਾਰ ਚੁਫੇਰੇ ਸੰਗਤਾਂ ਸ਼ਬਦ ਪੜ੍ਹਦੀਆਂ ਹੋਈਆਂ, ਗੁਰੂ ਸਰੂਪ ਦੇ ਦਰਸ਼ਨ ਕਰਦੀਆਂ ਹੋਈਆਂ ਤੁਰੀਆਂ ਜਾ ਰਹੀਆਂ ਹਨ। ਸੰਖਨ ਸ਼ੋਰ ਸੇ ਜੋਰ ਕਰੈ। ਸ਼ੰਖ ਵਜਾਏ ਜਾ ਰਹੇ ਨੇ। ਸ਼ੰਖ ਵਜਾ ਕੇ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਸ਼ੰਖ ਦਾ ਜਿਹੜਾ ਆਵਾਜ਼ ਹੋ ਰਿਹਾ ਹੈ। ਤੁਰਕੇਸ਼ਰ ਸਰਾਪੈ ਗਰ ਅਲਾਏ। ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ, ਕੁਝ ਲੋਕ ਉਸ ਨੂੰ ਬਦਸੀਸਾਂ ਦਿੰਦੇ ਪਏ ਕਿਉਂਕਿ ਉਸ ਨੇ ਕੰਮ ਬੜਾ ਖੋਟਾ ਕੀਤਾ ਹੈ। ਦਰਵੇਸ਼ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਦੇ ਬਚਨ ਨੇ ਗੁਰਬਾਣੀ ਦੇ ਅੰਦਰ ਵੀ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਐਸੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਜਿਸ ਬਾਦਸ਼ਾਹ ਨੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਹੈ, ਸੰਗਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਬਦਸੀਸਾਂ ਦੇ ਰਹੀਆਂ
ਕਿ ਉਹ ਰੰਗੇ ਦਾ ਕੱਖ ਨਹੀਂ ਰਵੇਗਾ ਜਿਸਨੇ ਐਸਾ ਪਾਪ ਕਰਮ ਕਮਾਇਆ ਹੈ। ਇਸ ਤਰ੍ਹਾਂ ਸੰਗਤਾਂ ਕਹਿ ਰਹੀਆਂ ਹਨ। ਸਾਗਰ ਖਾਰ ਭਰੀ ਜਰ ਜਾਏ। ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਹੁਣ ਖਾਰੇ ਸਮੁੰਦਰ ਵਿੱਚ ਜਾ ਕੇ ਪੈਣਗੀਆਂ। ਭਾਵ ਇਹ ਹੁੰਦਾ ਖਾਰੇ ਸਮੁੰਦਰ ਵਿੱਚ ਜੜ ਪੈਣ ਦਾ ਵੀ ਇਹਦੀ ਜੜ ਹੁਣ ਰਵੇਗੀ ਨਹੀਂ, ਪੁੱਟੀ ਜਾਏਗੀ। ਰਾਜ ਭਾਗ ਦਾ ਜਿਹੜਾ ਮਾਣ ਕਰਦਾ, ਹੰਕਾਰ ਕਰਦਾ ਹੈ, ਇਹਦੇ ਰਾਜ ਦੀਆਂ ਜੜ੍ਹਾਂ ਹੁਣ ਖਾਰੇ ਸਮੁੰਦਰ ਵਿੱਚ ਜਾਣਗੀਆਂ। ਭਾਵ ਕਿ ਇਹਦਾ ਰਾਜ ਹੁਣ ਨਾਸ ਹੋ ਜਾਵੇਗਾ। ਕਿਉਂਕਿ ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ। ਵਿਦਵਾਨਾਂ ਨੇ ਲਿਖਿਆ ਜੇ ਸਾਧੂ ਨੂੰ ਮਖੌਲ ਵੀ ਕਰੀਏ ਨਾ ਤੇ ਉਹ ਵੀ ਕੁੱਲ ਨੂੰ ਡੁਬੋ ਦਿੰਦਾ ਹੈ। ਇਸ ਨੇ ਮਖੌਲ ਕਰਨਾ ਤੇ ਦੂਰ ਦੀ ਗੱਲ ਹੈ, ਇਸ ਨੇ ਤੇ ਉਹ ਸ਼ਹੀਦ ਕਰ ਦਿੱਤਾ ਗੁਰੂ ਪਾਤਸ਼ਾਹ ਨੂੰ। ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਨਹੀਂ ਕੀਤਾ, ਪਤਾ ਨਹੀਂ ਕਿੰਨੇ ਕੁ ਸਾਧੂ ਸੰਤ ਦਰਵੇਸ਼ ਭਗਤ ਰੱਬ ਦੇ ਪਿਆਰੇ ਉਹਨਾਂ ਨੂੰ ਇਸ ਨੇ ਸ਼ਹੀਦ ਕੀਤਾ। ਕਹਿਣ ਲੱਗੇ ਵੀ ਇਸ ਦੀਆਂ ਜੜ੍ਹਾਂ ਰਾਜ ਭਾਗ ਦੀਆਂ ਮੁੱਕ ਜਾਣੀਆਂ ਹਨ। ਕਪੂਤ ਭਇਓ ਕੁਲ ਰਾਜ ਨਸਾਏ। ਇਹ ਪੁੱਤਰ ਨਹੀਂ ਹੋਇਆ, ਇਹ ਕਪੁੱਤਰ ਹੋਇਆ। ਵਿਦਵਾਨਾਂ ਨੇ 3 ਤਰ੍ਹਾਂ ਦੇ ਬੱਚੇ ਦਾ ਜ਼ਿਕਰ ਕੀਤਾ ਹੈ। ਪੁੱਤਰ ਉਹ ਹੁੰਦਾ ਹੈ ਜਿਵੇਂ ਦਾ ਖਾਨਦਾਨ, ਪਰੰਪਰਾ, ਰਿਜ਼ਕ, ਧਨ ਪਦਾਰਥ ਉਹਨੂੰ ਸਾਂਭ ਕੇ ਰੱਖੇ। ਕੁੱਲ ਦਾ ਨਾਮ ਵੀ ਉਸੇ ਤਰ੍ਹਾਂ ਬਣਾ ਕੇ ਰੱਖੇ ਜਿਵੇਂ ਪਹਿਲਾਂ ਹੈ, ਉਸ ਨੂੰ ਕਹਿ ਦਿੰਦੇ ਵੀ ਇਹ ਪੁੱਤਰ ਹੈ। ਪਰ ਜਿਹੜਾ ਕੁੱਲ ਦਾ ਨਾਮ ਰੁਸ਼ਨਾ ਦੇਵੇ, ਹੋਰ ਕੁੱਲ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਵੇ, ਧਨ ਵਿੱਚ ਵਾਧਾ ਕਰ ਦੇਵੇ, ਜਸ ਵਿੱਚ ਵਾਧਾ ਕਰ ਦੇਵੇ, ਉਸ ਨੂੰ ਦੁਨੀਆ ਆਖਦੀ ਹੈ ਵੀ ਇਹ ਸਪੁੱਤਰ ਹੈ। ਇਸ ਨੇ ਕੁੱਲ ਦੇ ਜਸ ਨੂੰ ਵਧਾਇਆ, ਵਡਿਆਈ ਨੂੰ ਵਧਾਇਆ, ਧਨ ਪਦਾਰਥ ਨੂੰ ਵਧਾਇਆ। ਤੇ ਕਪੁੱਤਰ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਖਾਨਦਾਨ ਨੂੰ ਲੈ ਕੇ ਹੀ ਬਹਿ ਜਾਵੇ, ਜੋ ਧਨ ਪਦਾਰਥ ਮਿਲਿਆ ਉਹ ਵੀ ਬਰਬਾਦ ਕਰ ਦੇਵੇ ਅਤੇ ਇਸੇ ਤਰ੍ਹਾਂ ਮੱਥੇ ਤੇ ਕਲੰਕ ਲਾ ਦੇਵੇ ਖਾਨਦਾਨ ਦੇ ਅਤੇ ਖਾਨਦਾਨ ਨੂੰ ਕਲੰਕੀ ਕਰ ਦੇਵੇ, ਉਸ ਨੂੰ ਕਪੁੱਤਰ ਆਖਿਆ ਜਾਂਦਾ। ਸੰਗਤ ਕਹਿ ਰਹੀ ਹੈ ਇਹ ਪੁੱਤਰ ਨਹੀਂ, ਇਹ ਕਪੁੱਤਰ ਪੈਦਾ ਹੋਇਆ ਸ਼ਾਹਜਹਾਨ ਬਾਦਸ਼ਾਹ ਦੇ ਘਰੇ ਜੋ ਰੰਗ ਜੇ ਪੈਦਾ ਹੋਇਆ। ਇਸ ਨੇ ਆਪਣੀ ਕੁੱਲ ਵਿੱਚੋਂ ਰਾਜ ਭਾਗ ਨੂੰ ਨਾਸ ਕਰ ਲੈਣਾ ਹੈ। ਆਏ ਸਮੀਪ ਆਨੰਦਪੁਰੇ ਜਬ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਮਹਾਰਾਜ ਜੀਆਂ ਦਾ ਗੁਰਮੁਖੋਂ ਸੀਸ ਲੈ ਕੇ ਜਦੋਂ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਹਨ, ਬਾਲਕ ਬ੍ਰਿਧ ਸੁਨਿਓ ਨਰ ਨਾਰੀ। ਜਿੰਨੇ ਵੀ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਨੇ, ਭਾਵੇਂ ਬਾਲਕ ਬੱਚੇ ਨੇ, ਭਾਵੇਂ ਬੁੱਢੇ ਨੇ, ਭਾਵੇਂ ਇਸਤਰੀਆਂ ਬੀਬੀਆਂ ਨੇ, ਭਾਵੇਂ ਇਸੇ ਤਰ੍ਹਾਂ ਸਿੱਖ ਨੇ ਜਾਂ ਹੋਰ ਰਹਿਣ ਵਾਲੇ ਇੱਥੇ ਗੁਰਮੁਖ ਪਤਵੰਤੇ ਨੇ, ਜਿਨ੍ਹਾਂ ਨੇ ਸੁਣਿਆ ਕਿ ਮਹਾਰਾਜ ਜੀਆਂ ਦਾ ਸੀਸ ਆਨੰਦਪੁਰ ਸਾਹਿਬ ਪਹੁੰਚਿਆ ਹੈ। ਸ਼੍ਰੀ ਗੁਜਰੀ ਤਜ ਮੰਦਰ ਕੋ। ਮਾਤਾ ਗੁਜਰੀ ਜੀ ਘਰ ਦੇ ਵਿੱਚ ਸਨ, ਮਹਿਲ ਦੇ ਵਿੱਚ ਸਨ। ਕਿਸੇ ਨੇ ਭੱਜ ਕੇ ਜਾ ਕੇ ਦੱਸਿਆ ਮਾਤਾ ਗੁਜਰੀ ਜੀਆਂ ਨੂੰ, ਮਾਤਾ ਜੀ ਤੁਹਾਡੇ ਪਤੀ ਦਾ ਸੀਸ ਪਾਲਕੀ ਵਿੱਚ ਬਿਰਾਜਮਾਨ ਕਰਕੇ ਤੁਹਾਡੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੈ ਕੇ ਆ ਗਏ ਨੇ। ਜਦੋਂ ਇਹ ਬਚਨ ਸੁਨੇ ਉਸ ਵੇਲੇ ਮਾਤਾ ਗੁਜਰੀ ਜੀਆਂ ਨੇ ਨਿਕਸੀ ਪੁਰਤੇ ਮਿਲਵੇ ਅਗਵਾਰੀ। ਮਾਤਾ ਜੀ ਆਪ ਚੱਲ ਪਏ, ਕਹਿਣ ਲੱਗੇ ਫਿਰ ਅਸੀਂ ਵੀ ਅੱਗੋਂ ਜਾਵਾਂਗੇ। ਆਪ ਚੱਲ ਪਏ, ਕੁਝ ਨਾਲ ਦਾਸ ਸੇਵਕ ਲੈ ਕੇ, ਕੁਝ ਨਾਲ ਬੀਬੀਆਂ ਮਹਾਰਾਜ ਮਾਤਾ ਜੀਆਂ ਦੇ ਚੱਲੀਆਂ ਤੇ ਮਾਤਾ ਜੀ ਵੀ ਘਰ ਦੇ ਮਹਿਲ ਵਿੱਚੋਂ ਘਰੋਂ ਬਾਹਰ ਨਿਕਲ ਕੇ ਉਸ ਪਾਸੇ ਨੂੰ ਚੱਲ ਪਏ ਜਿਸ ਪਾਸੇ ਤੋਂ ਮਹਾਰਾਜ ਜੀਆਂ ਦੇ ਪਵਿੱਤਰ ਸੀਸ ਨੂੰ ਲੈ ਕੇ ਸੰਗਤ ਆ ਰਹੀ ਹੈ। ਨਾਨਕੀ ਮਾਤ ਟਿਕਾਏ ਰਹੀ। ਮਾਤਾ ਨਾਨਕੀ ਜੀ ਨੂੰ ਆਖਿਆ ਵੀ ਤੁਸੀਂ ਘਰੇ ਬੈਠੇ ਰਹੋ, ਕਿਉਂਕਿ ਇਸ ਵੇਲੇ ਹੁਣ ਤੁਹਾਡੇ ਸਰੀਰ ਦੇ ਚੱਲਣ ਦੀ ਸਮਰੱਥਾ ਨਹੀਂ ਹੈ, ਤੁਹਾਡੇ ਵਿੱਚ ਬਲ ਨਹੀਂ ਹੈ, ਇਸ ਕਰਕੇ ਤੁਸੀਂ ਚੱਲਣ ਦੀ ਖੇਚਲ ਨਾ ਕਰੋ। ਮਾਤਾ ਜੀ ਤੁਸੀਂ ਘਰ ਵਿੱਚ ਹੀ ਬੈਠੇ ਰਹੋ, ਅਸੀਂ ਮਹਾਰਾਜ ਜੀਆਂ ਦਾ ਸੀਸ ਲੈ ਕੇ ਤੁਹਾਡੇ ਤੱਕ ਆ ਜਾਂਦੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਹੈ, ਜੋ ਸਰੀਰ ਕਰਕੇ ਬੜੇ ਬਜ਼ੁਰਗ ਹੋ ਗਏ ਨੇ, ਇਸ ਵੇਲੇ 80-85 ਸਾਲ ਦੀ ਉਮਰ ਦੇ ਨੇੜੇ ਪਹੁੰਚ ਗਏ ਨੇ। ਉਹਨਾਂ ਨੂੰ ਘਰ ਦੇ ਵਿੱਚ ਟਿਕਾ ਕੇ ਬੈਠੇ ਹਨ। ਬਲਹੀਨ ਬਿਰਧਾ ਲੈ ਸੰਕਟ ਭਾਰੀ। ਮਾਤਾ ਜੀ ਇਸ ਵੇਲੇ ਸਰੀਰ ਦੇ ਵਿੱਚ ਕੋਈ ਬਹੁਤਾ ਬਲ ਨਹੀਂ ਹੈ, ਬੜੇ ਸੰਕਟ ਦੇ ਸਮੇਤ ਹਨ। ਔਰ ਸਭੈ ਨਿਕਸੇ ਉਤਲਾਵਤ। ਹੋਰ ਜਿੰਨੀਆਂ ਵੀ ਸੰਗਤਾਂ ਨੇ ਸਾਰੀਆਂ ਬੜੀ ਕਾਹਲੀ ਦੇ ਨਾਲ, ਕਿਸੇ ਦੇ ਪੈਰੀ ਜੁੱਤੀ ਪਈ ਹੈ ਤੇ ਭਾਵੇਂ ਨਹੀਂ ਪਈ, ਉਸੇ ਵੇਲੇ ਜਦੋਂ ਪਤਾ ਲੱਗਾ ਕਿਸੇ ਨੇ ਕੋਈ ਕੱਪੜਾ ਬਸਤਰ ਕੋਈ ਚੰਗਾ ਗਲ ਵਿੱਚ ਪਹਿਨਿਆ ਜਾਂ ਨਹੀਂ ਪਹਿਨਿਆ, ਜਿਵੇਂ ਜਿਵੇਂ ਪਤਾ ਲੱਗਾ ਵੀ ਸੀਸ ਮਹਾਰਾਜ ਜੀਆਂ ਦਾ ਪਹੁੰਚ ਗਿਆ, ਛੇਤੀ ਨਾਲ ਬੜੀ ਕਾਹਲੀ ਕਰਦਿਆਂ ਹੋਇਆਂ ਸੰਗਤਾਂ ਆਪੋ ਆਪਣੇ ਘਰ ਵਿੱਚੋਂ ਬਾਹਰ ਨਿਕਲੀਆਂ ਹਨ। ਹਾਹਾਕਾਰ ਅਜੋਗ ਵਿਚਾਰੀ। ਕਿਉਂਕਿ ਬੜੀ ਜ਼ਿਆਦੀ ਹਾਹਾਕਾਰ, ਭਾਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਨੇ ਕਿ ਸਾਡੇ ਪਿਤਾ ਦੀ ਸ਼ਹੀਦੀ ਤੇ ਰੋਵੇ ਕੋਈ ਨਾ, ਪਰ ਫਿਰ ਵੀ ਕੁਝ ਸੰਗਤਾਂ ਜਿਹੜੀਆਂ ਨੇ ਉਸ ਵੇਲੇ ਵੈਰਾ ਕਰਦੀਆਂ ਹਨ। ਦੇਖ ਬਿਮਾਨ ਮਹਾਨ ਪ੍ਰਭਾ। ਸਤਿਗੁਰੂ ਜਿਸ ਬਿਮਾਨ ਦੇ ਵਿੱਚ ਬਿਰਾਜਮਾਨ ਨੇ ਉਹਦੀ ਗੁਰਮੁਖੋ ਪ੍ਰਭਾ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ ਹੈ। ਪਤ ਕੇ ਸਿਮਰੰਤ ਹਿਰਦੇ ਗੁਣ ਭਾਰੀ। ਮਾਤਾ ਗੁਜਰੀ ਜੀ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਗੁਣਾਂ ਨੂੰ ਯਾਦ ਕਰਦੇ, ਨਾਲੇ ਚੱਲ ਪਏ ਨੇ ਘਰੋਂ ਅੱਗੋਂ ਸੀਸ ਦੇ ਦਰਸ਼ਨ ਕਰਨ ਵਾਸਤੇ, ਨਾਲੇ ਆਪਣੇ ਪਤੀ ਦੇ ਗੁਣਾਂ ਨੂੰ ਯਾਦ ਕਰਦੇ। ਇਹ ਕਿੰਨੇ ਸ਼ਾਂਤ ਸੁਭਾਅ ਸਨ।
ਕਦੇ ਵੀ ਜ਼ਿੰਦਗੀ ਵਿੱਚ ਇਹਨਾਂ ਨੂੰ ਗੁੱਸਾ ਨਹੀਂ ਆਇਆ, ਕਦੇ ਵੀ ਗੁੱਸੇ ਵਾਲੀ ਬਚਨ ਨਹੀਂ ਕੀਤਾ, ਕਦੇ ਵੀ ਝਿੜਕ ਵਾਲਾ ਬਚਨ ਨਹੀਂ ਕੀਤਾ ਆਪਣੇ ਮੁਖੋਂ। ਕਿਹੋ ਜਿਹਾ ਮਹਾਰਾਜ ਦਾ ਸੁਭਾਅ ਹੋਵੇਗਾ। ਗੁਰਮੁਖੋ ਸਾਨੂੰ ਕੋਈ ਰਾਹ ਜਾਂਦਾ ਮਾੜੀ ਜੀ ਗੱਲ ਕਹਿ ਦੇਵੇ ਨਾ, ਅਸੀਂ ਰੋਕੇ ਉਸ ਦੇ ਨਾਲ ਬੜੇ ਗਾਲੋਂ ਗਾਲੀ ਹੋਈਦਾ, ਲੜਾਈ ਝਗੜਾ ਕਰੀਦਾ, ਗੁੱਸੇ ਵਿੱਚ ਆ ਜਾਈਦਾ, ਤੂੰ ਬਾਹਰ ਆ ਮੈਂ ਤੇਰੇ ਨਾਲ ਵੇਖ ਲਵਾਂਗਾ, ਲੜਾਈ ਕਰਾਂਗਾ। ਸਤਿਗੁਰਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਮਹਾਰਾਜ ਆਪਣੇ ਘਰ ਵਿੱਚੋਂ ਤੇ ਨਿਕਲੇ ਨੇ ਬਾਹਰ ਸੈਰ ਕਰਨ ਵਾਸਤੇ, ਤੇ ਸਤਿਗੁਰਾਂ ਦੇ ਪਰਿਵਾਰ ਦੇ ਵਿੱਚੋਂ ਭਤੀਜੇ ਨੇ ਮਹਾਰਾਜ ਤੇ ਗੋਲੀ ਚਲਾਈ। ਉਹ ਗੋਲੀ ਵਿਦਵਾਨ ਕਹਿੰਦੇ ਨੇ ਮਹਾਰਾਜ ਦੇ ਮੱਥੇ ਦੇ ਛੂੰਹਦੀ ਹੋਈ ਅੱਗੇ ਨਿਕਲ ਗਈ, ਪਰ ਮੱਥੇ ਦੇ ਵਿੱਚ ਜ਼ਖਮ ਦੇ ਗਈ, ਚੀਰਾ ਦੇ ਗਈ। ਸਤਿਗੁਰਾਂ ਦੇ ਮੱਥੇ ਵਿੱਚੋਂ ਖੂਨ ਨਿਕਲਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇੰਨਾ ਕੁਝ ਹੋਣ ਤੋਂ ਬਾਵਜੂਦ ਗੁੱਸਾ ਨਹੀਂ ਕੀਤਾ, ਕੋਈ ਗੁੱਸੇ ਵਾਲਾ ਬਚਨ ਨਹੀਂ ਆਖਿਆ, ਸਗੋਂ ਇਹ ਗੱਲ ਆਖੀ, ਧੀਰ ਮੱਲ ਤੇਰਾ ਭਲਾ ਹੋਵੇ। ਭਲੋ ਧੀਰ ਮੱਲ ਭਲੋ ਰੇ, ਭਲੋ ਧੀਰ ਮੱਲ ਭਲੋ ਰੇ। ਇੰਨੇ ਬਚਨ ਦੁਬਾਰਾ ਮਹਾਰਾਜ ਨੇ ਆਖੇ। ਕਹਿਣ ਲੱਗੇ ਧੀਰ ਮੱਲ ਤੇਰਾ ਭਲਾ ਹੀ ਹੋਵੇ। ਇੱਕ ਪਾਸੇ ਧੀਰ ਮੱਲ ਗੋਲੀ ਚਲਾਉਂਦਾ ਪਿਆ, ਗੋਲੀ ਮੱਥੇ ਵਿੱਚ ਵੱਜੀ ਹੈ, ਸਿਰ ਵਿੱਚ ਵੀ ਵੱਜ ਸਕਦੀ ਹੈ, ਪਰ ਉਹ ਤੇ ਚਲੋ ਸਤਿਗੁਰੂ ਪਾਤਸ਼ਾਹ ਦੀ ਆਪਣੀ ਮਹਿਮਾ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਗੁੱਸੇ ਵਾਲਾ ਕੋਈ ਬਚਨ ਜਾਂ ਕੋਈ ਹੋਰ ਬਚਨ, ਕੋਈ ਨਰਾਦਰੀ ਵਾਲਾ, ਕੋਈ ਸਜ਼ਾ ਦੇਣ ਵਾਲਾ ਨਹੀਂ ਕੀਤਾ। ਸਦੋਂ ਆਖਿਆ ਧੀਰ ਮੱਲ ਤੇਰਾ ਭਲਾ ਹੀ ਹੋਵੇ, ਤੂੰ ਇਹ ਕਰਮ ਕੀਤਾ। ਮਾਤਾ ਗੁਜਰੀ ਜੀ ਸੋਚਦੇ ਪਏ, ਆਪਣੇ ਪਤੀ ਦੇ ਗੁਣਾਂ ਨੂੰ ਯਾਦ ਕਰਦੇ ਪਏ। ਉਹਨਾਂ ਦਾ ਤੇ ਸੁਭਾਅ ਹੀ ਇੰਨਾ ਸ਼ਾਂਤ ਸੀ ਕਿ ਜੋ ਮਰਜ਼ੀ ਹੋ ਜਾਵੇ ਕਦੇ ਗੁੱਸਾ ਨਹੀਂ ਆਇਆ, ਕਦੇ ਉਹ ਕਿਸੇ ਨੂੰ ਮਾੜਾ ਨਹੀਂ ਬੋਲੇ, ਕਦੇ ਕੋਈ ਉੱਚਾ ਨੀਚਾ ਬਚਨ ਉਹਨਾਂ ਨੇ ਜ਼ਿੰਦਗੀ ਵਿੱਚ ਕੀਤਾ ਨਹੀਂ। ਐਸੇ ਸ਼ਾਂਤ ਸੁਭਾਅ ਤੇ ਐਸੇ ਗੁਣਾਂ ਦੇ ਮਾਲਕ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੇ ਗੁਣਾਂ ਨੂੰ ਮਾਤਾ ਜੀ ਯਾਦ ਕਰਦੇ ਹਨ। ਰਾਵਰ ਨੰਦਨ ਬੈਸ ਬਿਲੰਦਨ। ਸੋ ਨਾਲ ਹੀ ਬੇਨਤੀ ਕਰਦੇ ਕਿ ਆਪ ਜੀਆਂ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਦੀ ਉਮਰਾ ਬੈਸ ਬੁਲੰਦ ਨਾ। ਸੋ ਆਪ ਜੀ ਦੇ ਸੁਪੁੱਤਰ ਦੀ ਹਾਲੇ ਉਮਰਾਂ ਵੀ ਵੱਡੀ ਨਹੀਂ ਹੋਈ ਹੈ। ਚਲੋ ਇਹ ਦੁਨੀਆ ਦਾ ਦਸਤੂਰ ਹੈ ਵੀ ਸਰੀਰ ਛੱਡ ਕੇ ਤੇ ਸਾਰਿਆਂ ਨੇ ਜਾਣਾ ਹੈ, ਪਰ ਜੇ ਬੱਚੇ ਜਵਾਨ ਹੋ ਜਾਣ, ਵਿਆਹੇ ਜਾਣ, ਫਿਰ ਮਾਤਾ ਪਿਤਾ ਸਰੀਰ ਛੱਡ ਜਾਣ ਤੇ ਥੋੜੀ ਜੀ ਗੱਲ ਉੱਥੇ ਬਣ ਜਾਂਦੀ ਹੈ। ਚਲੋ ਬੱਚਿਆਂ ਨੇ ਕੰਮ ਸਾਂਭ ਲਿਆ, ਠੀਕ ਹੈ, ਜਾਣਾ ਹੀ ਹੈ, ਕੋਈ 10 ਸਾਲ ਪਹਿਲਾਂ, ਕੋਈ 10 ਸਾਲ ਮਗਰੋਂ ਕੀ। ਪਰ ਜੇ ਬੱਚੇ ਛੋਟੇ ਹੋਣ ਤੇ ਫਿਰ ਘਰ ਦਾ ਵੱਡਾ ਮੈਂਬਰ, ਮੁੱਖ ਮੈਂਬਰ ਚੜ੍ਹਾਈ ਕਰ ਜਾਵੇ ਤੇ ਉਹਦੀ ਜਿਹੜੀ ਘਾਟ ਉਹ ਜ਼ਿਆਦਾ ਰੜਕਦੀ ਹੈ, ਉਹਦੀ ਘਾਟ ਜ਼ਿਆਦਾ ਮਹਿਸੂਸ ਹੁੰਦੀ ਹੈ। ਮਾਤਾ ਜੀ ਕਹਿ ਰਹੇ, ਕਹਿੰਦੇ ਪਤੀ ਸਤਿਗੁਰੂ ਜੀ ਤੁਹਾਡੇ ਪੁੱਤਰ ਦੀ ਤੇ ਹਾਲੇ ਉਮਰਾਂ ਹੀ ਬੜੀ ਛੋਟੀ ਹੈ, 9 ਸਾਲ ਦੀ ਉਮਰਾਂ ਕੋਈ ਬਹੁਤੀ ਵੱਡੀ ਨਹੀਂ ਹੈ। ਇੰਨੀ ਛੋਟੀ ਉਮਰਾਂ ਦੇ ਵਿੱਚ ਆਪਣੇ ਪੁੱਤਰ ਨੂੰ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ, ਗੁਰਤਾ ਗੱਦੀ ਦਾ ਭਾਰ ਉਹਨਾਂ ਦੇ ਮੋਢਿਆਂ ਤੇ ਪਾਇਆ, ਸੰਗਤ ਦੇ ਭਲੇ ਦਾ ਭਾਰ ਉਹਨਾਂ ਨੇ ਮੋਢੇ ਤੇ ਚੁੱਕਣਾ, ਪਰਿਵਾਰ ਦੇ ਵੀ ਉਹਨਾਂ ਨੇ ਸਾਰੇ ਦੁੱਖ ਸੁੱਖ ਰੀਤੀ ਰਿਵਾਜ ਵੇਖਣੇ। ਆਪਣੇ ਛੋਟੇ ਜਿਹੇ ਪੁੱਤਰ ਦੇ ਮੋਢਿਆਂ ਤੇ ਇੰਨਾ ਭਾਰ ਪਾ ਕੇ ਆਪ ਜੀ ਇੰਨੀ ਛੇਤੀ ਸੰਸਾਰ ਤੋਂ ਚਲੇ ਗਏ। ਤੁਹਾਡੇ ਪੁੱਤਰ ਦੀ ਹਾਲੇ ਕੋਈ ਬਹੁਤੀ ਉਮਰਾਂ ਵੱਡੀ ਨਹੀਂ ਹੋਈ, ਆਪ ਜੀ ਨੂੰ ਇਹ ਕਾਰਜ ਕਰਨ ਵਾਸਤੇ ਹਾਲੇ ਥੋੜਾ ਸਮਾਂ ਰੁਕ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਮਾਤਾ ਜੀ ਯਾਦ ਕਰਦੇ ਹਨ। ਮਾਤ ਬਿਰਧਾ ਬਹੁ ਸੰਕਟ ਧਾਰੀ। ਦੂਜੀ ਗੱਲ ਇਹ ਹੈ ਕਿ ਮਾਤਾ ਜੀ ਬਜ਼ੁਰਗ ਹੋ ਗਏ ਨੇ। ਵਿਦਵਾਨਾਂ ਨੇ ਲਿਖਿਆ ਹੈ ਦੁਨੀਆ ਦਾ ਸਭ ਤੋਂ ਵੱਡਾ ਬੋਝ ਜਿਹੜਾ ਆਪਾਂ ਕਹਿ ਸਕਦੇ ਹਾਂ, ਉਹ ਬੋਝ ਇਹ ਹੁੰਦਾ ਹੈ। ਕਿਸੇ ਰਾਜੇ ਨੇ ਕਿਸੇ ਪੰਡਤ ਨੂੰ ਇਹ ਸਵਾਲ ਪੁੱਛਿਆ, ਬ੍ਰਾਹਮਣ ਨੂੰ, ਕਹਿਣ ਲੱਗਾ ਮੈਨੂੰ ਇਹ ਗੱਲ ਦਾ ਜਵਾਬ ਦੇ ਕਿ ਸਾਰਿਆਂ ਤੋਂ ਵੱਡਾ ਦੁਨੀਆ ਵਿੱਚ ਭਾਰ ਕੀ ਹੁੰਦਾ, ਬੋਝ ਕੀ ਹੁੰਦਾ। ਉਸ ਪੰਡਤ ਨੇ, ਵਿਦਵਾਨ ਨੇ ਸੋਚ ਕੇ ਜਵਾਬ ਦਿੱਤਾ, ਕਹਿਣ ਲੱਗਾ ਰਾਜਨ ਸਭ ਤੋਂ ਵੱਡਾ ਦੁਨੀਆ ਦਾ ਭਾਰ, ਸਭ ਤੋਂ ਵੱਡਾ ਦੁਨੀਆ ਦਾ ਬੋਝ ਇਹ ਹੁੰਦਾ ਹੈ ਜਿਹੜੀ ਪੁੱਤਰ ਦੀ ਅਰਥੀ ਬਾਪ ਦੇ ਮੋਢੇ ਦੇ ਉੱਪਰ ਹੋਵੇ। ਇਹਦੇ ਤੋਂ ਵੱਡਾ ਭਾਰ ਨਹੀਂ ਕੋਈ ਦੁਨੀਆ ਤੇ ਹੋਰ ਹੁੰਦਾ ਕਿ ਆਪਣੇ ਪੁੱਤਰ ਦਾ ਸਰੀਰ ਬਾਪ ਨੂੰ ਆਪਣੇ ਮੋਢੇ ਤੇ ਚੁੱਕ ਕੇ ਸ਼ਮਸ਼ਾਨ ਜਾਣਾ ਪਵੇ। ਇਹਦੇ ਤੋਂ ਵੱਡਾ ਭਾਰ ਕੋਈ ਨਹੀਂ ਹੈ ਸੰਸਾਰ ਵਿੱਚ, ਸਭ ਤੋਂ ਵੱਡਾ ਬੋਝ ਇਹ ਹੈ। ਮਾਤਾ ਜੀ ਇੱਥੇ ਬਚਨ ਯਾਦ ਕਰਦੇ ਪਏ, ਕਹਿਣ ਲੱਗੇ ਸਤਿਗੁਰੂ ਤੁਹਾਡੀ ਮਾਤਾ ਬਜ਼ੁਰਗ ਹਾਲੇ ਘਰ ਵਿੱਚ ਬੈਠੀ ਹੈ, ਹੁਣ ਤੁਹਾਡੇ ਜਦੋਂ ਉਹ ਸੀਸ ਦੇ ਦਰਸ਼ਨ ਕਰੇਗੀ ਮਾਤਾ ਜੀ ਤੇ ਕੀ ਬੀਤੇਗੀ ਕੋਈ ਜਾਣ ਨਹੀਂ ਸਕਦਾ। ਮਾਤਾ ਜੀਆਂ ਨੂੰ ਕਿੰਨਾ ਦੁੱਖ ਹੋਵੇਗਾ ਉਸ ਨੂੰ ਕੋਈ ਸਮਝ ਨਹੀਂ ਸਕਦਾ, ਕੋਈ ਅੱਖਰਾਂ ਵਿੱਚ ਲਿਖ ਨਹੀਂ ਸਕਦਾ ਹੈ। ਮਾਂ ਭਾਵੇਂ ਬਜ਼ੁਰਗ ਹੋ ਗਈ ਹੈ ਪਰ ਉਹਦੇ ਵਾਸਤੇ ਪੁੱਤਰ ਤੇ ਹਾਲੇ ਵੀ ਬੱਚਾ ਹੀ ਹੈ, ਪਰ ਆਪ ਜੀਆਂ ਦਾ ਸੀਸ ਤੱਕੇਗੀ ਤੇ ਪਾਤਸ਼ਾਹ ਜੀ ਮਾਤਾ ਬੜਾ ਦੁਖੀ ਹੋਵੇਗੀ, ਉਸ ਵੇਲੇ ਦੁੱਖ ਮਹਿਸੂਸ ਕਰੇਗੀ। ਮਾਤਾ ਜੀ ਸੱਚਖੰਡ ਨੂੰ ਚਲੇ ਜਾਂਦੇ, ਬਾਅਦ ਵਿੱਚ ਆਪ ਜੀ ਜਿਹੜੇ ਕਾਰਜ ਕਰਦੇ ਉਹ ਵੱਖਰੀ ਗੱਲ ਹੈ, ਪਰ ਇਸ ਵੇਲੇ ਇਹ ਜਿਹੜਾ ਭਾਣਾ ਵਰਤਾਇਆ ਹੈ ਇਹ ਮਾਤਾ ਜੀਆਂ ਦੇ ਵਾਸਤੇ ਵੀ ਵੱਡੀ ਸੱਟ ਹੈ ਕਿ ਆਪਣੇ ਪੁੱਤਰ ਦੇ ਇੱਕੋ ਇੱਕ ਪੁੱਤਰ
ਤੇ ਉਹਦੇ ਵੀ ਇਹ ਅੰਤਮ ਦਰਸ਼ਨ ਮਾਤਾ ਜੀ ਕਰ ਰਹੇ। ਇਹ ਮਾਤਾ ਗੁਜਰੀ ਜੀ ਇਹ ਗੱਲਾਂ ਆਪਣੇ ਮਨ ਵਿੱਚ ਵਿਚਾਰਦੇ ਪਏ ਵੀ ਤੁਹਾਡੀ ਮਾਤਾ ਨਾਨਕੀ ਜੀ ਉਹ ਤੁਹਾਡੇ ਦੁੱਖ ਨੂੰ ਕਿਵੇਂ ਝੱਲਣਗੇ, ਇਸ ਗੱਲ ਨੂੰ ਕਹਿ ਨਹੀਂ ਹੁੰਦਾ ਹੈ। ਬੰਦਤ ਹਾਥਨ ਬੰਧਨ ਕੋ ਕਰ। ਇਸੇ ਤਰ੍ਹਾਂ ਮਾਤਾ ਜੀ ਇੰਨੇ ਚਿਰ ਨੂੰ ਸਤਿਗੁਰੂ ਪਾਲਕੀ ਲੈ ਕੇ ਉਸ ਜਗ੍ਹਾ ਤੇ ਆ ਗਏ ਜਿੱਥੇ ਮਾਤਾ ਗੁਜਰੀ ਜੀ ਖੜੇ ਹੋਏ। ਆਪਣੇ ਪਤੀ ਦਾ ਸੀਸ ਆਇਆ ਦੇਖ ਕੇ ਧੰਨ ਮਾਤਾ ਗੁਜਰੀ ਜੀਆਂ ਨੇ ਦੋਵੇਂ ਹੱਥ ਜੋੜੇ, ਬੜੀ ਭਾਵਨਾ ਨਾਲ ਸ਼ਰਧਾ ਦੇ ਨਾਲ ਪਤੀ ਨੂੰ ਪਰਮੇਸ਼ਰ ਜਾਣਦਿਆਂ ਹੋਇਆਂ। ਐਸੇ ਸਦਗੁਣਾਂ ਵਾਲਾ ਪਤੀ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ, ਐਸੇ ਚੰਗੇ ਗੁਣਾਂ ਦਾ ਧਾਰਨੀ, ਐਸੇ ਭਲੇ ਸੁਭਾਅ ਵਾਲਾ ਵਿਅਕਤੀ ਨਹੀਂ ਕਿਸੇ ਨੂੰ ਪਤੀ ਦੇ ਰੂਪ ਦੇ ਵਿੱਚ ਮਿਲੇਗਾ। ਧੰਨ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਆਪਣੇ ਪਤੀ ਜੀ ਦਾ ਉਸ ਵੇਲੇ ਦਰਸ਼ਨ ਕਰਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਬੜੀ ਭਾਵਨਾ ਦੇ ਨਾਲ ਪਰਮੇਸ਼ਰ ਰੂਪ ਜਾਣ ਕੇ ਨਮਸਕਾਰ ਕੀਤੀ ਹੈ। ਸੀਸ ਨਿਵਾਵਤ ਆਂਸੂ ਡਾਰੀ। ਜਦੋਂ ਮਾਤਾ ਜੀ ਨੇ ਸੀਸ ਨਵਾਇਆ ਨਾ ਤੇ ਬਦੋ ਬਦੀ ਅੱਖਾਂ ਦੇ ਵਿੱਚੋਂ ਅੰਮ੍ਰਿਤ ਜਿਹੜਾ ਨਾ ਉਹ ਝਲਕ ਹੀ ਪਿਆ। ਬਦੋ ਬਦੀ ਨੇਤਰਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਮਾਤਾ ਗੁਜਰੀ ਜੀਆਂ ਦੇ ਗੇਰੀ ਗਏ। ਆਪਣੇ ਪਤੀ ਦਾ ਸੀਸ ਤੱਕਿਆ, ਨੇਤਰਾਂ ਦੇ ਨਾਲ ਕੀਤੇ ਦਰਸ਼ਨ। ਕਹਿੰਦੇ ਮਨ ਤੇ ਪਹਿਲਾਂ ਹੀ ਭਰਿਆ ਹੋਇਆ ਹੈ, ਕਿਉਂਕਿ ਜਿਹਦੇ ਨਾਲ ਸਾਡਾ ਸਨੇਹ ਬਣ ਜਾਵੇ ਨਾ ਉਹਦੇ ਗੁਣ ਵਾਰ-ਵਾਰ ਚੇਤੇ ਆਉਂਦੇ। ਜਿਵੇਂ ਜਿਵੇਂ ਉਹਦੇ ਗੁਣ ਚੇਤੇ ਆਉਂਦੇ ਉਵੇਂ ਉਵੇਂ ਮਨ ਵਿੱਚ ਵਿਰਾਗ ਵੀ ਆਉਂਦਾ ਹੈ। ਤੇ ਇਹ ਮਾਤਾ ਜੀ ਪਹਿਲਾਂ ਹੀ ਗੁਣਾਂ ਨੂੰ ਚੇਤੇ ਕਰ ਰਹੇ ਸਨ। ਇੰਨਾ ਠੰਡਾ ਤੇ ਸ਼ਾਂਤ ਸੁਭਾਅ, ਜਿਨ੍ਹਾਂ ਦੇ ਉੱਪਰ ਗੋਲੀ ਵੀ ਚੱਲੇ ਤੇ ਆਖਦੇ ਗੋਲੀ ਚਲਾਉਣ ਵਾਲਿਆ ਤੇਰਾ ਭਲਾ ਹੋਵੇ। ਇਹੋ ਜਿਹਾ ਸੁਭਾਅ ਕਿਹਦਾ ਹੋ ਸਕਦਾ? ਜੇ ਕੋਈ ਘਰ ਵਿੱਚੋਂ ਸਮਾਨ ਚੁੱਕ ਕੇ ਲੈ ਜਾਵੇ ਆਖਦੇ ਕੋਈ ਗੱਲ ਨਹੀਂ ਜਾਣ ਦਿਓ, ਉਹਨੂੰ ਆਪਣੇ ਨਾਲੋਂ ਜ਼ਿਆਦਾ ਲੋੜ ਹੋਵੇਗੀ। ਪਰਮਾਤਮਾ ਨੂੰ ਫਿਕਰ ਹੈ ਮਹਾਰਾਜ ਆਪੇ ਦੇਣਗੇ ਸਾਰਾ ਕੁਝ। ਇੰਨਾ ਸੁਭਾਅ ਕਿਹਦਾ ਹੋ ਸਕਦਾ ਦਿਆਲੂ ਤੇ ਕਿਰਪਾਲੂ? ਮਾਤਾ ਜੀ ਪਹਿਲਾਂ ਹੀ ਇਹ ਗੱਲਾਂ ਯਾਦ ਕਰਦੇ ਪਏ। ਪਰ ਹੁਣ ਜਦੋਂ ਮਹਾਰਾਜ ਦੇ ਸੀਸ ਨੂੰ ਤੱਕਿਆ ਬਦੋ ਬਦੀ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਐਸੀ ਅਵਸਥਾ ਬਣੀ ਹੈ। ਲਿਆਵਤ ਭੇਤ ਸਥਾਨ ਤਵੈ। ਉਸ ਵੇਲੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਸੋ ਜਿਹੜਾ ਪਵਿੱਤਰ ਸੀਸ ਹੈ ਸਿੱਖ ਸੰਗਤਾਂ ਨੇ ਚੁੱਕਿਆ ਹੋਇਆ। ਸੋ ਲਿਆਵਤ ਭੇਤ ਸਥਾਨ ਤਬੈ, ਉਸ ਜਗ੍ਹਾ ਦੇ ਉੱਪਰ ਮਹਾਰਾਜ ਦਾ ਸੀਸ ਲੈ ਕੇ ਪਹੁੰਚੇ ਹਨ। ਜੈ ਚੰਦਨ ਭਾਰ ਟਿਕਾਏ ਅਗਾਰੀ। ਜਿਸ ਜਗ੍ਹਾ ਦੇ ਉੱਪਰ ਚੰਦਨ ਦੀਆਂ ਲੱਕੜਾਂ ਦੀ ਚਿਖਾ ਤਿਆਰ ਕੀਤੀ ਹੈ। ਅੱਜ ਗੁਰਮੁਖੋ ਤੁਸੀਂ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹੋ। ਆਨੰਦਪੁਰ ਸਾਹਿਬ ਜਿਹੜਾ ਗੁਰੂ ਘਰ ਬਣਿਆ ਹੋਇਆ ਹੈ ਸੋ ਉਸ ਨੂੰ ਸੀਸਗੰਜ ਕਿਹਾ ਜਾਂਦਾ। ਉਹਦੇ ਨਾਲ ਹੀ ਮਹਾਰਾਜ ਦਾ ਘਰ ਸੀ ਜਿਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ। ਉੱਥੇ ਉਹ ਮਸੰਦਾਂ ਦਾ ਖੂਹ ਵਗੈਰਾ ਉਹ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਇਸ ਗੱਲ ਦੀ ਗਵਾਹੀ ਭਰਦੀਆਂ। ਸਤਿਗੁਰਾਂ ਦਾ ਸੀਸ ਉਸ ਜਗ੍ਹਾ ਤੇ ਲੈ ਕੇ ਪਹੁੰਚ ਗਏ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ। ਉੱਥੇ ਸੰਗਤਾਂ ਸਿੱਖਾਂ ਨੇ ਪਹਿਲਾਂ ਹੀ ਚੰਦਨ ਦੀ ਚਿਖਾ ਤਿਆਰ ਕੀਤੀ ਹੋਈ ਹੈ। ਸਾਰੀ ਸੰਸਕਾਰ ਦੀ ਵਿਧੀ ਪੂਰੀ ਕੀਤੀ ਹੋਈ ਹੈ, ਕਿਉਂਕਿ ਮਹਾਰਾਜ ਜੀਆਂ ਦੇ ਸਰੀਰ ਛੱਡਿਆਂ ਨੂੰ ਕਈ ਦਿਨ ਅੱਜ ਹੋ ਗਏ ਨੇ। ਮਹਾਰਾਜ ਜੀਆਂ ਨੇ ਸਰੀਰ ਦਿੱਲੀ ਛੱਡਿਆ। ਭਾਈ ਜੈਤਾ ਉੱਥੋਂ ਪੈਦਲ ਆਇਆ ਚੱਲ ਕੇ। ਹੁਣ ਤੁਸੀਂ ਵੇਖ ਲਓ ਕਿੰਨਾ ਲੰਮਾ ਸਫ਼ਰ ਹੈ। ਗੱਡੀ ਤੇ ਜਾਈਏ ਤੇ ਕਈ ਘੰਟੇ ਲੱਗ ਜਾਂਦੇ, ਪੈਦਲ ਚੱਲ ਕੇ ਆਇਆ ਕਿੰਨੇ ਦਿਨ ਲੱਗੇ। ਇਸ ਕਰਕੇ ਹੁਣ ਸੀਸ ਨੂੰ ਬਹੁਤਾ ਸਮਾਂ ਰੱਖਿਆ ਨਹੀਂ ਜਾਏਗਾ, ਆਉਂਦਿਆਂ ਹੀ ਇਹ ਸੰਸਕਾਰ ਦੀ ਵਿਧੀ ਕਰਨੀ ਹੈ। ਇਸ ਕਰਕੇ ਜਿਹੜੇ ਗੁਰੂ ਘਰ ਦੇ ਮੋਹਤਬਾਰ ਸਿੱਖ ਸਨ ਪ੍ਰਬੰਧ ਕਰਨ ਵਾਲੇ, ਉਹਨਾਂ ਨੇ ਪਹਿਲਾਂ ਹੀ ਚੰਦਨ ਦੀ ਚਿਖਾ ਤਿਆਰ ਕਰਕੇ ਹੋਰ ਸੰਸਕਾਰ ਵਾਲੀਆਂ ਸਮੱਗਰੀਆਂ ਤਿਆਰ ਕਰਕੇ ਰੱਖੀਆਂ। ਇੱਧਰੋਂ ਮਹਾਰਾਜ ਜੀ ਆਪਣੇ ਪਿਤਾ ਦਾ ਸੀਸ ਲੈ ਕੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਤੇ ਆ ਕੇ ਪਹੁੰਚੇ ਹਨ। ਆਨ ਮਿਲੇ ਤਾਂ ਨਾਨਕੀ ਮਾਤ। ਸੋ ਕਹਿਣ ਲੱਗੇ ਇੰਨੇ ਚਿਰ ਨੂੰ ਹਾਲੇ ਸੀਸ ਉਸ ਜਗ੍ਹਾ ਤੇ ਪਹੁੰਚਿਆ। ਮਾਤਾ ਗੁਜਰੀ ਜੀ ਆਪ ਗਏ, ਘਰ ਦੇ ਵਿੱਚ ਮਾਤਾ ਨਾਨਕੀ ਜੀ ਬੈਠੇ ਹੋਏ। ਆਪਾਂ ਹੁਣੇ ਬਚਨ ਸਰਵਣ ਕੀਤਾ ਹੈ, ਉਹ ਬਜ਼ੁਰਗ ਨੇ, ਉਹਨਾਂ ਕੋਲੋਂ ਹਾਲੇ ਚੱਲਣ ਫਿਰਨ ਦੀ ਅਸਮਰੱਥਾ ਹੈ, ਬਹੁਤਾ ਲੰਮਾ ਨਹੀਂ ਤੁਰ ਸਕਦੇ, ਹੌਲੀ ਹੌਲੀ ਕਦਮ ਪੁੱਟਦੇ। ਮਾਤਾ ਗੁਜਰੀ ਜੀ ਜਾ ਕੇ ਆਪਣੀ ਸੱਸ ਨੂੰ ਮਾਤਾ ਨਾਨਕੀ ਜੀਆਂ ਨੂੰ ਜਾ ਕੇ ਦੱਸਿਆ। ਕਹਿਣ ਲੱਗੇ ਮਾਤਾ ਜੀ ਤੁਹਾਡੇ ਪੁੱਤਰ ਦਾ ਸੀਸ ਆ ਗਿਆ, ਆਓ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ। ਜਦੋਂ ਇਹ ਬਚਨ ਸੁਣਿਆ ਮਾਤਾ ਜੀ ਨੇ, ਸਰੀਰ ਦੀ ਉਮਰ ਉਸ ਵੇਲੇ ਬਜ਼ੁਰਗ ਹੋਈ ਹੈ, ਆਪਣੇ ਪੁੱਤਰ ਦੀ ਸ਼ਹੀਦੀ ਦਾ ਤੇ ਪਤਾ ਪਹਿਲਾਂ ਹੀ ਲੱਗ ਗਿਆ ਹੈ। ਪਰ ਜਦੋਂ ਇਹ ਪਤਾ ਲੱਗਿਆ ਨਾ ਵੀ ਸੀਸ ਆਇਆ,
ਤੇ ਉਸ ਵੇਲੇ ਕਹਿਣ ਲੱਗੇ ਮਾਤਾ ਨਾਨਕੀ ਜੀ ਨਾਲੇ ਤੇ ਉੱਠ ਕੇ ਚੱਲ ਪਏ ਗੁਰਮੁਖੋ। ਤੇ ਫਿਰ ਉਸ ਵੇਲੇ ਪੁਕਾਰ ਤੇ ਉੱਚੋ ਨਾਮ ਉਚਾਰੀ। ਪਰ ਮਾਤਾ ਜੀ ਉੱਚੀ ਉੱਚੀ ਆਪਣੇ ਪੁੱਤਰ ਦਾ ਨਾਮ ਲੈ ਕੇ ਤੇ ਆਵਾਜ਼ਾਂ ਮਾਰਦੇ ਪਏ, ਹੇ ਪੁੱਤਰ ਤੇਗ ਬਹਾਦਰ ਜੀ ਸਾਨੂੰ ਛੱਡ ਕੇ ਤੁਸੀਂ ਕਿਉਂ ਚਲੇ ਗਏ? ਜੇ ਆਪ ਜੀ ਨੇ ਸਾਕਾ ਵਰਤਾਉਣਾ ਭਾਣਾ ਵਰਤਾਉਣਾ ਆਪ ਜੀ ਸਾਨੂੰ ਵੀ ਨਾਲ ਲੈ ਜਾਂਦੇ। ਅਸੀਂ ਤੁਹਾਡੇ ਤੋਂ ਬਾਅਦ ਵਿੱਚ ਹੁਣ ਕਿਹਨੂੰ ਤੱਕਾਂਗੇ? ਜਦੋਂ ਤੁਹਾਨੂੰ ਵਿਹੜੇ ਵਿੱਚ ਨਹੀਂ ਵੇਖਾਂਗੇ ਸਾਡਾ ਮਨ ਖੁਸ਼ ਨਹੀਂ ਹੋਵੇਗਾ। ਤੁਹਾਨੂੰ ਯਾਦ ਕਰ ਕਰਕੇ ਸਾਡਾ ਮਨ ਉਦਾਸ ਹੁੰਦਾ ਹੈ। ਜੇ ਤੁਸੀਂ ਜਾਣਾ ਹੀ ਸੀ, ਇਹ ਮੰਨ ਲਓ ਸਾਰੀ ਕਿਰਿਆ ਆਪ ਜੀ ਨੇ ਕਰਨੀ ਸੀ, ਤੇ ਫਿਰ ਸਾਨੂੰ ਵੀ ਨਾਲ ਹੀ ਲੈ ਜਾਂਦੇ। ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਨੂੰ ਇਹ ਯਾਦ ਕਰਦੇ ਪਏ, ਜਿਸ ਤਰ੍ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਮਾਤਾ ਜੀਤਾ ਜੀਆਂ ਨੂੰ ਵਿਖਾ ਦਿੱਤਾ। ਜਦੋਂ ਮਾਤਾ ਜੀਤਾ ਜੀ ਨੇ ਆਖਿਆ ਨਾ ਕਿ ਮਹਾਰਾਜ ਪੁੱਤਰਾਂ ਦਾ ਵਿਆਹ ਆਪਾਂ ਕਿਵੇਂ ਕਰਨਾ, ਪੁੱਤਰ ਜਵਾਨ ਹੁੰਦੇ, ਉਸ ਵੇਲੇ ਸਤਿਗੁਰਾਂ ਨੇ ਵਿਖਾਇਆ, ਕਹਿਣ ਲੱਗੇ ਜੀਤਾ ਜੀ ਤੇਰੇ ਪੁੱਤਰਾਂ ਦਾ ਵਿਆਹ ਨਹੀਂ ਹੋਣਾ। ਸੋ ਇਹਨਾਂ ਨੇ ਸ਼ਹੀਦੀਆਂ ਦੇਣੀਆਂ, ਕੁਰਬਾਨੀਆਂ ਕਰਨੀਆਂ। ਮਹਾਰਾਜ ਕਿਵੇਂ ਕਿਵੇਂ ਕੁਰਬਾਨੀਆਂ ਹੋਣਗੀਆਂ? ਸਤਿਗੁਰਾਂ ਨੇ ਸਾਰਾ ਸਾਕਾ ਹੀ ਦੱਸ ਦਿੱਤਾ। ਕਹਿਣ ਲੱਗੇ 2 ਪੁੱਤਰਾਂ ਦੀ ਸ਼ਹੀਦੀ ਚਮਕੌਰ ਵਿੱਚ ਲਿਖੀ ਹੈ, 2 ਪੁੱਤਰਾਂ ਦੀ ਸ਼ਹੀਦੀ ਸਰਹੰਦ ਵਿੱਚ ਲਿਖੀ ਹੈ। ਇਹਨਾਂ ਨੇ ਸ਼ਹੀਦੀਆਂ ਦੇਣੀਆਂ ਨੇ ਕੌਮ ਪੰਥ ਵਾਸਤੇ। ਇਸ ਕਰਕੇ ਵਿਆਹ ਬਾਰੇ ਨਾ ਤੂੰ ਸੋਚ, ਇਹ ਕੁਰਬਾਨੀ ਕਰਨ ਵਾਸਤੇ ਆਏ। ਜਦੋਂ ਮਾਤਾ ਜੀਤਾ ਜੀਆਂ ਨੇ ਬਚਨ ਸੁਣੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੋਂ, ਉਸ ਵੇਲੇ ਫਿਰ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਫਿਰ ਅਸੀਂ ਇਹ ਅੱਖਾਂ ਨਾਲ ਵੇਖ ਨਹੀਂ ਸਕਦੇ। ਸਾਡੇ 4 ਪੁੱਤਰ ਅਸੀਂ ਪਾਲੇ ਨੇ, ਇਹ ਸਾਡੇ ਤੋਂ ਪਹਿਲਾਂ ਸ਼ਹੀਦ ਹੋ ਜਾਣ ਤੇ ਅਸੀਂ ਸਰੀਰ ਬਾਹਰ ਵਿੱਚ ਛੱਡੀਏ। ਮਹਾਰਾਜ ਸਾਡੇ ਕੋਲੋਂ ਇਹ ਦੁੱਖ ਨਹੀਂ ਵੇਖਿਆ ਜਾਏਗਾ। ਆਪ ਜੀ ਕਿਰਪਾ ਕਰੋ, ਆਪ ਜੀ ਸਮਰੱਥ ਹੋ, ਸਾਨੂੰ ਪਹਿਲਾਂ ਹੀ ਆਗਿਆ ਦੇ ਦਿਓ। ਅਸੀਂ ਪੁੱਤਰਾਂ ਦੀ ਸ਼ਹੀਦੀ ਤੋਂ ਪਹਿਲਾਂ ਇਸ ਸੰਸਾਰ ਤੋਂ ਚਲੇ ਜਾਈਏ, ਸਾਨੂੰ ਇਸ ਸਰੀਰ ਦੇ ਵਿੱਚ ਇਹ ਦੁੱਖ ਵੇਖਣਾ ਨਾ ਪਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਦੋਂ ਬਚਨ ਸੁਣੇ, ਕਹਿਣ ਲੱਗੇ ਠੀਕ ਹੈ ਜੀਤਾ ਜੀ, ਜਿਵੇਂ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਤੁਹਾਡੇ ਉੱਪਰ ਕਰਮਾਂ ਦਾ ਬੰਧਨ ਨਹੀਂ, ਸਮੇਂ ਦਾ ਬੰਧਨ ਨਹੀਂ, ਤੇ ਤੁਸੀਂ ਜਿਵੇਂ ਚਾਹੋ ਕਰ ਸਕਦੇ ਹੋ। ਫਿਰ ਮਾਤਾ ਜੀਤਾ ਜੀ ਪੁੱਤਰਾਂ ਦੀ ਸ਼ਹੀਦੀ ਤੋਂ ਪਹਿਲਾਂ ਹੀ ਆਪ ਸੱਚਖੰਡ ਨੂੰ ਗਮਨ ਕਰ ਗਏ। ਇੱਥੇ ਮਾਤਾ ਨਾਨਕੀ ਜੀ ਕਹਿਣ ਲੱਗੇ ਪੁੱਤਰ ਸਤਿਗੁਰੂ ਜੇ ਭਾਣਾ ਵਰਤਾਉਣਾ ਸੀ ਸਾਨੂੰ ਹੀ ਪਹਿਲਾਂ ਆਗਿਆ ਦੇ ਦਿੰਦੇ, ਅਸੀਂ ਪਹਿਲਾਂ ਸੱਚਖੰਡ ਚਲੇ ਜਾਂਦੇ, ਜਾਂ ਫਿਰ ਸਾਨੂੰ ਨਾਲ ਹੀ ਸੱਚਖੰਡ ਲੈ ਜਾਂਦੇ। ਆਪ ਜੀ ਦਾ ਇਹ ਦੁੱਖ ਸਾਡੇ ਕੋਲੋਂ ਵੇਖਿਆ ਨਹੀਂ ਜਾ ਰਿਹਾ ਹੈ। ਇਸ ਤਰ੍ਹਾਂ ਬੇਨਤੀ ਕਰਦੇ ਹਨ। ਓ ਸੁਤ ਸ਼ਾਂਤ ਸਰੂਪ ਅਨੂਪ। ਸਾਡਾ ਇਹ ਜਿਹੜੇ ਸਪੁੱਤਰ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਇਹ ਬਹੁਤ ਜ਼ਿਆਦਾ ਸ਼ਾਂਤ ਨੇ। ਮਾਤਾ ਨੇ ਜਨਮ ਦਿੱਤਾ, ਮਾਤਾ ਨੇ ਪਾਲਿਆ, ਜਵਾਨ ਕੀਤਾ, ਤੇ ਮਾਤਾ ਜੀ ਜਾਣਦੇ, ਕਹਿਣ ਲੱਗੇ ਮੇਰੇ ਪੁੱਤਰ ਵਰਗਾ ਤੇ ਸ਼ਾਂਤ ਸਰੂਪ ਕਿਸੇ ਦਾ ਹੋ ਹੀ ਨਹੀਂ ਸਕਦਾ। ਇੰਨੀ ਸ਼ਾਂਤੀ ਹੈ, ਜਿੱਥੇ ਕਿਸੇ ਨੇ ਦੁੱਖ ਦੇਣ ਦਾ ਯਤਨ ਕੀਤਾ ਉਹ ਜਗ੍ਹਾ ਹੀ ਛੱਡ ਦਿੱਤੀ। ਕਹਿਣ ਲੱਗੇ ਲੈ ਤੂੰ ਇੱਥੇ ਜੋ ਲੈਣਾ ਕਰ ਲਾ, ਅਸੀਂ ਇੱਥੋਂ ਚੱਲੇ ਹਾਂ। ਸਤਿਗੁਰੂ ਰਹਿੰਦੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਪਦਾ ਹੀ ਪਰਿਵਾਰ ਸ਼ਰੀਕਾ ਕਰਨ ਲੱਗ ਪਿਆ। ਮਹਾਰਾਜ ਨੇ ਛੱਡਿਆ ਬਾਬਾ ਬਕਾਲਾ, ਕਹਿੰਦੇ ਅਸੀਂ ਕੀ ਲੈਣਾ, ਅਸੀਂ ਤੇ ਸ਼ਾਂਤ ਰਹਿ ਕੇ ਨਾਮ ਜਪਣਾ ਚਾਹੁੰਦੇ। ਫਿਰ ਸਤਿਗੁਰੂ ਚਲੇ ਗਏ ਅੰਮ੍ਰਿਤਸਰ ਦੀ ਧਰਤੀ ਤੇ। ਅੰਮ੍ਰਿਤਸਰ ਦੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਿਆ, ਦਰਬਾਰ ਸਾਹਿਬ ਦੇ ਬੰਦ ਕਰ ਲਿਆ, ਸਾਰਾ ਕੁਝ ਆਪਣੇ ਅੰਡਰ ਕਰ ਲਿਆ, ਕਿਤੇ ਸਤਿਗੁਰੂ ਇੱਥੇ ਨਾ ਬੈਠ ਜਾਣ। ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਤੁਹਾਡੇ ਕਰਕੇ ਦਰਵਾਜ਼ੇ ਬੰਦ ਹੋਏ ਨੇ। ਤੇ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਸਾਨੂੰ ਇਹਨਾਂ ਨੂੰ ਸਾਡਾ ਆਉਣਾ ਨਹੀਂ ਨਾ ਚੰਗਾ ਲੱਗਾ ਤੇ ਕੋਈ ਗੱਲ ਨਹੀਂ, ਆਪਾਂ ਇੱਥੇ ਵੀ ਨਹੀਂ ਰਹਿੰਦੇ, ਆਪਾਂ ਇੱਥੋਂ ਵੀ ਫਿਰ ਚੱਲੀਏ। ਪਾਤਸ਼ਾਹ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਭਾਵੇਂ ਖੁਦ ਮਾਲਕ ਨੇ ਇਸ ਵੇਲੇ ਜੋ ਚਾਹਣ ਉਹ ਕਰ ਸਕਦੇ। ਕਹਿਣ ਲੱਗੇ ਕੋਈ ਗੱਲ ਨਹੀਂ, ਮਸੰਦਾਂ ਨੂੰ ਮਰਜ਼ੀ ਕਰ ਲੈਣ ਦਿਓ, ਆਪਾਂ ਇੱਥੇ ਈਰਖਾ ਕਰਦੇ ਫਿਰ ਰਹਿਣਾ ਹੀ ਕਿਉਂ ਹੈ। ਪਾਤਸ਼ਾਹ ਉੱਥੋਂ ਚੱਲ ਪਏ ਤੇ ਚੱਲ ਕੇ ਫਿਰ ਅਨੰਦਪੁਰ ਸਾਹਿਬ ਆ ਗਏ। ਮਾਤਾ ਜੀ ਉਹਨਾਂ ਗੱਲਾਂ ਨੂੰ ਕਰਦੇ, ਕਹਿਣ ਲੱਗੇ ਸਾਡਾ ਪੁੱਤਰ ਤੇ ਇੰਨਾ ਸ਼ਾਂਤ ਸਰੂਪ ਹੈ, ਉਹਦੇ ਮਨ ਵਿੱਚ ਨਾ ਕੋਈ ਈਰਖਾ, ਨਾ ਕੋਈ ਨਫ਼ਰਤ, ਨਾ ਕੋਈ ਇਹੋ ਜਿਹਾ ਕੋਈ ਔਗਣ ਹੈ। ਐਸੇ ਸ਼ਾਂਤ ਚਿੱਤ ਸਾਡੇ ਸਪੁੱਤਰ ਨੂੰ ਇਹ ਸ਼ਹੀਦੀ ਪ੍ਰਾਪਤ ਹੋਈ ਹੈ। ਤੇ ਅਨੂਪ, ਇਹਨਾਂ ਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਇਹਨਾਂ ਦੀ ਤੁਲਨਾ ਨਹੀਂ ਕਿਸੇ ਨਾਲ ਦਿੱਤੀ ਜਾ ਸਕਦੀ। ਐਸੇ ਮਹਾਰਾਜ ਸਮਰੱਥ ਹਨ। ਸ਼੍ਰੀ ਮੁਖ ਦੇਖ ਲਵੋ ਇਸ ਵਾਰੀ। ਨਾਲ ਹੀ ਆਖਦੇ, ਕਹਿਣ ਲੱਗੇ ਭਾਈ
ਮੈਂ ਬਜ਼ੁਰਗ ਹਾਂ, ਮੈਨੂੰ ਥੋੜਾ ਅੱਗੇ ਜਾ ਲੈਣ ਦਿਓ, ਮੈਂ ਆਪਣੇ ਪੁੱਤਰ ਦਾ ਸੁਭਾਏਮਾਨ ਮੁਖ ਤੱਕਣਾ ਹੈ, ਇੱਕ ਵਾਰੀ ਵੇਖ ਤੇ ਲਵਾਂ ਨਾ ਆਪਣੇ ਪੁੱਤਰ ਨੂੰ। ਭਾਵੇਂ ਕਿ ਧੜ ਇਹਨਾਂ ਦਾ ਨਾਲ ਨਹੀਂ ਆਇਆ, ਕੱਲਾ ਸੀਸ ਹੀ ਆਇਆ, ਪਰ ਮੈਨੂੰ ਇੱਕ ਵਾਰੀ ਆਪਣੇ ਪੁੱਤਰ ਦੇ ਦਰਸ਼ਨ ਕਰ ਲੈਣ ਦਿਓ, ਇਹਨਾਂ ਦੇ ਚਿਹਰੇ ਤੋਂ ਕਪੜਾ ਹਟਾਓ, ਮੈਂ ਇੱਕਰੀ ਅਖੀਰਲੀ ਵਾਰ ਰੱਜ ਕੇ ਤੱਕ ਲਵਾਂ ਇਹਨਾਂ ਨੇਤਰਾਂ ਦੇ ਨਾਲ, ਆਪਣੇ ਪੁੱਤਰ ਦਾ ਦਿਦਾਰਾ ਕਰ ਲਵਾਂ। ਇਸ ਤਰ੍ਹਾਂ ਆਪਣੇ ਮੁਖ ਤੋਂ ਆਖਦੇ ਹਨ। ਮੈਂ ਮਰਹੂੰ ਧਰ ਸ਼ੋਕ ਅਵੈ। ਸੋ ਉਸ ਵੇਲੇ ਮਾਤਾ ਜੀ ਕਹਿੰਦੇ ਪੁੱਤਰ ਤੇਰੇ ਬਿਨਾ ਹੁਣ ਜਿਉਣਾ ਨਹੀਂ ਹੈ ਸਾਡੇ ਕੋਲ, ਹੁਣ ਅਸੀਂ ਕੀ ਆਸ ਲੈ ਕੇ ਜਿਵਾਂਗੇ। ਮਸਾਂ ਪ੍ਰਮਾਤਮਾ ਨੇ ਇੰਨੇ ਸਾਲਾਂ ਬਾਅਦ ਪੋਤਰੇ ਦੇ ਰੂਪ ਦੇ ਵਿੱਚ ਖੁਸ਼ੀ ਦਿੱਤੀ ਹੈ, ਸਾਡੀ ਝੋਲੀ ਪਾਈ ਹੈ, ਪਰ ਹਾਲੇ ਖੁਸ਼ੀ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ। ਆਪ ਜੀ ਨੇ ਐਡਾ ਵੱਡਾ ਸਾਕਾ ਵਰਤਾ ਦਿੱਤਾ ਹੈ। ਸਤਿਗੁਰੂ ਤੁਹਾਡੇ ਅਲੰਭ ਬਿਨਾ, ਇਹ ਪੁੱਤਰ ਦੀ ਤੁਹਾਡੇ ਦਿਦਾਰੇ ਕੀਤੇ ਬਿਨਾ, ਤੁਹਾਡੇ ਆਸਰੇ ਬਿਨਾ ਮੇਰਾ ਜਿਉਣਾ ਕਿਵੇਂ ਹੋ ਸਕਦਾ ਹੈ। ਕਿਮ ਜੀਵਨ ਹਵੈ ਇਸ ਰੀਤ ਦੁਖਾਰੀ। ਸੋ ਮੇਰਾ ਜਿਉਣਾ ਕਿਵੇਂ ਹੋਵੇਗਾ, ਮੈਂ ਤੇ ਬਹੁਤ ਭਾਰੀ ਦੁਖੀ ਹੋ ਗਈ। ਸੋ ਇਹ ਵੱਡਾ ਦੁੱਖ ਦਾ ਬਚਨ ਹੈ ਜਿਹੜਾ ਮੈਂ ਦੇਖਿਆ ਹੈ। ਹੁਣੇ ਆਪਾਂ ਇਹ ਬਚਨ ਸਰਵਣ ਕੀਤਾ ਹੈ, ਦੁਨੀਆ ਤੋਂ ਸਭ ਤੋਂ ਵੱਡਾ ਬੋਝ ਪੁੱਤਰ ਦੀ ਅਰਥੀ ਦਾ ਹੈ, ਪੁੱਤਰ ਦੇ ਤੁਰ ਜਾਣ ਦਾ ਹੈ, ਜਿਉਂਦੇ ਹੋਏ ਮਾਪਿਆਂ ਨੂੰ ਵੇਖਣਾ ਪਵੇ। ਮਾਤਾ ਨਾਨਕੀ ਜੀ ਉਹ ਬਚਨ ਕਰਦੇ ਪਏ, ਕਹਿਣ ਲੱਗੇ ਏਡਾ ਵੱਡਾ ਦੁੱਖ ਇਹ ਮੇਰੇ ਤੋਂ ਝੱਲਿਆ ਨਹੀਂ ਜਾਣਾ, ਮੇਰੇ ਕੋਲੋਂ ਨਹੀਂ ਸਿਆ ਜਾਣਾ, ਮੈਂ ਇਸ ਦੁੱਖ ਦੇ ਵਿੱਚ ਕਿਵੇਂ ਬਹੁਤਾ ਲੰਮਾ ਸਮਾਂ ਇਸ ਦੁਨੀਆ ਵਿੱਚ ਰਹਿ ਸਕਦੀ ਹਾਂ। ਬਿਰਲਾਪ ਸੁਣਿਓ ਜਾਵਹੀ। ਕਹਿਣ ਲੱਗੇ ਇਸ ਤਰ੍ਹਾਂ ਮਾਤਾ ਜੀ ਬਜ਼ੁਰਗ ਨੇ, ਪੁੱਤਰ ਦਾ ਮੋਹ ਵੀ ਹੈ, ਪਿਆਰ ਵੀ ਹੈ। ਇਸ ਤਰ੍ਹਾਂ ਮਾਤਾ ਜੀ ਗੁਣਾਂ ਨੂੰ ਯਾਦ ਕਰ ਕਰਕੇ ਤੇ ਵਿਰਾਗ ਕਰਦੇ ਪਏ, ਉੱਚੀ ਬੋਲਦੇ ਪਏ ਮਾਤਾ ਜੀ। ਮਾਤਾ ਸਾਹਿਬ ਮਾਤਾ ਨਾਨਕੀ ਜੀ ਜਦੋਂ ਇਸ ਤਰ੍ਹਾਂ ਬੋਲਦੇ ਨਾ ਪੁੱਤਰ ਦੇ ਗੁਣਾਂ ਨੂੰ ਯਾਦ ਕਰਕੇ, ਮੇਰਾ ਪੁੱਤਰ ਤੇ ਸ਼ਾਂਤ ਸੁਭਾਅ ਹੈ, ਇਹਨਾਂ ਵਰਗਾ ਕੋਈ ਦੂਜਾ ਹੈ ਨਹੀਂ, ਇਹਨਾਂ ਦੇ ਜਾਣ ਤੋਂ ਪਹਿਲਾਂ ਅਸੀਂ ਦੁਨੀਆ ਤੋਂ ਚਲੇ ਜਾਂਦੇ। ਜਦੋਂ ਐਸੇ ਬਚਨ ਮਾਤਾ ਨਾਨਕੀ ਜੀਆਂ ਨੇ ਆਖੇ, ਕਹਿਣ ਲੱਗੇ ਬਚਨ ਸਤਿਗੁਰਾਂ ਦੇ ਕੰਨਾਂ ਵਿੱਚ ਪੈ ਗਏ। ਤੇ ਫਿਰ ਉਸ ਵੇਲੇ ਗੁਰ ਆਇਸ ਪਾਏ ਬਿਮਾਨ ਉਤਾਰੀ। ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਦਾਦੀ ਮਾਂ ਸ਼ਹੀਦਾਂ ਦੀ ਜਿਹੜੀ ਮੌਤ ਹੈ ਚੜ੍ਹਦੀ ਕਲਾ ਦਾ ਪ੍ਰਤੀਤ ਹੁੰਦੀ ਹੈ, ਦੁਨੀਆ ਤੋਂ ਜਾਣਾ ਤੇ ਸਾਰਿਆਂ ਨਹੀਂ ਹੈ। ਕੋਈ ਮੰਜੇ ਤੇ ਘਸਰ ਕੇ ਮਰ ਜਾਂਦਾ ਹੈ, ਕੋਈ ਬਿਮਾਰੀ ਵਿੱਚ ਪਿਆ ਹੋਇਆ ਖੁਦ ਮੌਤ ਨੂੰ ਮੰਗਦਾ ਕਿ ਰੱਬਾ ਮੌਤ ਆ ਜਾਵੇ, ਮੈਂ ਇਸ ਬਿਮਾਰੀ ਦੇ ਦੁੱਖ ਨੂੰ ਝੱਲ ਨਹੀਂ ਸਕਦਾ। ਕੋਈ ਮੰਜੇ ਤੇ ਤੜਫਦਾ ਪਿਆ ਹੈ, ਲੋਕ ਆ ਕੇ ਅਰਦਾਸਾਂ ਕਰਾਉਂਦੇ ਨੇ, ਆਪਦੇ ਮੂੰਹ ਆ ਕੇ ਕਹਿੰਦੇ ਵੀ ਸਾਡੀ ਅਰਦਾਸ ਕਰ ਦਿਓ, ਸਾਡੇ ਘਰ ਦੇ ਵਿੱਚ ਬਜ਼ੁਰਗ ਪਿਆ ਹੋਇਆ ਬੜਾ ਹੀ ਔਖਾ ਹੈ। ਸੋ ਐਸੀ ਹਾਲਤ ਬਣ ਜਾਂਦੀ ਹੈ। ਕਹਿਣ ਲੱਗੇ ਦੁਨੀਆ ਇਹਨਾਂ ਗੱਲਾਂ ਨੂੰ ਯਾਦ ਕਰਦੀ ਹੈ ਕਿ ਸਾਡੀ ਅਰਦਾਸ ਕਰੋ, ਦੁੱਖ ਤੋਂ ਛੁੱਟ ਜਾਈਏ। ਸਤਿਗੁਰੂ ਕਹਿਣ ਲੱਗੇ ਮਾਤਾ ਜੀ ਦੁਨੀਆ ਤੋਂ ਜਾਣਾ ਤੇ ਹੈ, ਅੱਜ ਨਹੀਂ ਤੇ ਕੱਲ, ਪਰ ਜਿਹੜਾ ਕੌਮ ਦੇ ਲੇਖੇ ਲੱਗ ਜਾਣਾ, ਧਰਮ ਦੇ ਲੇਖੇ ਲੱਗ ਜਾਣਾ, ਇਹ ਵੱਡਿਆਂ ਭਾਗਾਂ ਨੂੰ ਪ੍ਰਾਪਤ ਹੁੰਦਾ ਹੈ। ਸਾਡੇ ਪਿਤਾ ਨੇ ਧਰਮ ਦੇ ਵਾਸਤੇ ਕੁਰਬਾਨੀ ਕੀਤੀ ਹੈ, ਧਰਮ ਹੇਤ ਸਾਕਾ ਜਿਨ ਕੀਆ, ਇਹ ਬਚਨ ਆਪ ਲਿਖੇ ਉਹਨਾਂ ਨੇ ਆਪਣੀ ਕਲਮ ਦੇ ਨਾਲ, ਧਰਮ ਦੇ ਵਾਸਤੇ ਕੁਰਬਾਨੀ ਕੀਤੀ ਹੈ। ਐਸੇ ਨੇ ਸਾਡੇ ਪਿਤਾ ਜੀ, ਇਸ ਕਰਕੇ ਉਹਨਾਂ ਦੀ ਸ਼ਹੀਦੀ ਤੇ ਆਪ ਜੀ ਇੰਨਾ ਵੈਰਾਗ ਨਾ ਕਰੋ। ਇਹਨਾਂ ਬਚਨ ਕਹਿ ਕੇ ਉਸ ਵੇਲੇ ਸਤਿਗੁਰੂ ਆਪ ਅੱਗੇ ਵਧੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਦੇ ਸੀਸ ਨੂੰ ਹੱਥਾਂ ਵਿੱਚ ਲੈ ਕੇ ਪਾਲਕੀ ਤੋਂ ਉਤਾਰ ਕੇ ਜਿਹੜੀ ਚਿਖਾ ਤਿਆਰ ਕੀਤੀ ਹੈ ਉਹਦੇ ਉੱਪਰ ਬਿਰਾਜਮਾਨ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਅੰਤਮ ਕਿਰਿਆ ਕਰਨ ਵਾਸਤੇ ਆਪ ਅੱਗੇ ਵਧੇ ਹਨ। ਤਾਰ ਸਵੈ ਪਟ ਸ੍ਰੀ ਗੁਰ ਕੋ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਦੋਂ ਸੀਸ ਨੂੰ ਆਪਣੇ ਹੱਥਾਂ ਵਿੱਚ ਲੈਣ ਲੱਗੇ, ਉਸ ਵੇਲੇ ਮਾਤਾ ਗੁਜਰੀ ਜੀ ਨੇ ਆਖਿਆ, ਕਹਿਣ ਲੱਗੇ ਪੁੱਤਰ ਇੱਕ ਵਾਰੀ ਸਾਰੀ ਸੰਗਤ ਨੂੰ ਦਰਸ਼ਨ ਕਰਵਾ ਦਿਓ ਆਪਣੇ ਪਿਤਾ ਦੇ ਸੀਸ ਦੇ। ਜਿਹੜੇ ਕੱਪੜੇ ਮਹਾਰਾਜ ਜੀਆਂ ਦੇ ਮੁਖ ਦੇ ਉੱਪਰ ਪਾਏ ਸਨ ਕਿ ਮੱਖੀ ਵਗੈਰਾ ਨਾ ਉੱਪਰ ਕੋਈ ਬੈਠਣਾ ਕਰੇ, ਉਸ ਵੇਲੇ ਚੌਰ ਹੱਥਾਂ ਵਿੱਚ ਲੈ ਕੇ ਸੰਗਤ ਕਰਦੀ ਪਈ ਹੈ। ਸਤਿਗੁਰਾਂ ਦੇ ਮੁਖ ਤੋਂ ਕੱਪੜਾ ਹਟਾ ਕੇ ਸਾਰੀ ਸੰਗਤ ਨੂੰ ਆਖਿਆ, ਭਾਈ ਦਰਸ਼ਨ ਕਰੋ ਤਾਂ ਕਿ ਮਹਾਰਾਜ ਜੀਆਂ ਦਾ ਅੰਤਮ ਸੰਸਕਾਰ ਕਰੀਏ। ਮੁਖ ਦੇਖਤ ਭੇ ਗੁਜਰੀ ਸੁਤ ਸਾਥਾ। ਉਸ ਵੇਲੇ ਕਹਿਣ ਲੱਗੇ, ਧੰਨ ਧੰਨ ਮਾਤਾ ਗੁਜਰੀ ਜੀ ਆਪਣੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਮੇਤ ਦੋਨੇ ਜਾਣੇ ਇੱਕ ਜਗ੍ਹਾ ਤੇ ਖਲੋਤੇ ਹੋਏ। ਮਾਤਾ ਜੀ ਪਿੱਛੋਂ ਆਪਣੇ ਪੁੱਤਰ ਦੇ ਮੋਢਿਆਂ ਤੋਂ ਫੜ ਕੇ ਖਲੋਤੇ ਹੋਏ। ਦੋਨਾਂ ਜਾਣਿਆਂ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਪਿਤਾ ਦੇ, ਧੰਨ ਮਾਤਾ ਗੁਜਰੀ ਜੀਆਂ ਨੇ ਆਪਣੇ ਪਤੀ ਦੇ। ਕਹਿਣ ਲੱਗੇ ਇਕੱਠਿਆਂ ਨੇ ਉਸ ਵੇਲੇ ਜਦੋਂ ਕੱਪੜਾ ਉਤਾਰਿਆ ਦੋਨਾਂ ਨੇ ਦਰਸ਼ਨ ਕੀਤੇ ਹਨ। ਨਾਨਕੀ ਮਾਤ ਬਿਲੋਕਤ ਹੈ। ਇੱਧਰ ਇੱਕ ਪਾਸੇ ਮਾਤਾ ਨਾਨਕੀ ਜੀ ਖਲੋਤੇ ਹੋਏ, ਉਹਨਾਂ ਨੇ ਆਪਣੇ ਪੁੱਤਰ ਦੇ ਚਿਹਰੇ ਨੂੰ ਤੱਕਿਆ।
ਭਾਵੇਂ ਗੁਰਮੁਖੋ ਸ਼ਹੀਦੀ ਹੋਈ ਨੂੰ ਕਿੰਨੇ ਦਿਨ ਹੋ ਗਏ, ਪਰ ਮਹਾਰਾਜ ਜੀਆਂ ਦਾ ਮੁਖ ਹਾਲੇ ਵੀ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ। ਕੋਈ ਉਦਾਸੀ ਨਹੀਂ ਹੈ, ਕੋਈ ਘਬਰਾਹਟ ਨਹੀਂ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਮਹਾਰਾਜ ਜਾਣ ਬੁੱਝ ਕੇ ਨੇਤਰ ਬੰਦ ਕਰਕੇ ਤੇ ਲੰਮੇ ਪਏ ਹੋਣ। ਇਸੇ ਤਰ੍ਹਾਂ ਚਿਹਰਾ ਦਗਦਗ ਕਰਦਾ ਹੈ। ਮਾਤਾ ਨਾਨਕੀ ਜੀ ਆਪਣੇ ਪੁੱਤਰ ਦੇ ਦਰਸ਼ਨ ਕਰਦੇ ਹਨ। ਬਹੁ ਰੁੱਧ ਤੇ ਆਪ ਲਗਾਵਤ ਹੱਥ। ਅਤੇ ਮਾਤਾ ਜੀ ਫਿਰ ਅੱਗੇ ਵਧੇ। ਮਾਤਾ ਨਾਨਕੀ ਜੀ ਆਪਣੇ ਪੁੱਤਰ ਦੇ ਸੋ ਮਸਤਕ ਨੂੰ ਕਦੇ ਹੱਥ ਲਾਉਂਦੇ ਨੇ, ਕਦੇ ਨੇਤਰਾਂ ਨੂੰ ਹੱਥ ਲਾਉਂਦੇ ਨੇ, ਕਦੇ ਉਹਨਾਂ ਦੀਆਂ ਗੱਲਾਂ ਦੇ ਉੱਪਰ ਹੱਥ ਲਾਉਂਦੇ, ਕਦੇ ਸਿਰ ਦੇ ਉੱਪਰ ਹੱਥ ਲਾ ਲਾ ਕੇ ਮਾਤਾ ਜੀ ਬਹੁਤਾ ਡਾਢਾ ਵੈਰਾਗ ਕਰਦੇ ਪਏ। ਧੰਨ ਮਾਤਾ ਨਾਨਕੀ ਜੀ ਆਪਣੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸੋ ਨਾਲੇ ਤੇ ਦਰਸ਼ਨ ਕਰਦੇ, ਨਾਲੇ ਹੱਥ ਲਾ ਲਾ ਕੇ ਟੋਹਦੇ ਨੇ ਜਿਵੇਂ ਮੇਰਾ ਪੁੱਤਰ ਮੇਰੀ ਗੋਦੀ ਵਿੱਚ ਹੀ ਸੁੱਤਾ ਹੋਵੇ, ਹੁਣੇ ਇਹਨਾਂ ਨੇ ਉੱਠ ਪੈਣਾ, ਮੇਰੇ ਨਾਲ ਬਚਨ ਬਲਾਸ ਕਰਨ ਲੱਗ ਪੈਣਾ। ਇਸ ਤਰ੍ਹਾਂ ਮਾਤਾ ਜੀ ਵਾਰ-ਵਾਰ ਹੱਥ ਫੇਰਦੇ ਸਤਿਗੁਰਾਂ ਦੇ ਮੱਥੇ ਦੇ ਉੱਪਰ ਅਤੇ ਨਾਲ-ਨਾਲ ਗੱਲਾਂ ਕਰਦੇ। ਐਸੀ ਅਵਸਥਾ ਉਸ ਵੇਲੇ ਬਣੀ ਹੈ। ਜੋ ਦੁੱਤ ਜੀਵਤ ਥੀਵਤ ਹੈ। ਸੋ ਕਹਿਣ ਲੱਗੇ ਜਿਸ ਤਰ੍ਹਾਂ ਮਹਾਰਾਜ ਜੀ ਜਦੋਂ ਸਰੀਰ ਦੇ ਵਿੱਚ ਸਨ, ਕਿਉਂਕਿ ਗੁਰੂ ਦਾ ਕਦੇ ਮਰਨਾ ਨਹੀਂ ਹੁੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸੋ ਰੱਬ ਦੇ ਭਗਤਾਂ ਵਾਸਤੇ ਮਰਨਾ ਸ਼ਬਦ ਨਹੀਂ ਵਰਤਿਆ ਜਾਂਦਾ। ਉਹ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਉਹਨਾਂ ਦੇ ਆਪਣੇ ਬਚਨ ਨੇ ਗੁਰਬਾਣੀ ਦੇ ਵਿੱਚ। ਸਾਧੂ ਹਮੇਸ਼ਾ ਰਹਿੰਦਾ ਹੈ, ਗੁਰੂ ਹਮੇਸ਼ਾ ਹਾਜ਼ਰ ਨਾਜ਼ਰ ਰਹਿੰਦਾ। ਜਿੱਥੇ ਵੀ ਯਾਦ ਕਰੀਏ ਉੱਥੇ ਪ੍ਰਗਟ ਹੋ ਜਾਂਦੇ। ਮਾਤਾ ਜੀ ਇਸ ਤਰ੍ਹਾਂ ਦੁਲਾਰਦੇ ਪਏ, ਇਸ ਤਰ੍ਹਾਂ ਲਾਡ ਕਰਦੇ ਪਏ ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣਾ ਸੀਸ ਮਾਤਾ ਦੀ ਝੋਲੀ ਵਿੱਚ ਰੱਖ ਕੇ ਲੰਮੇ ਪਏ ਹੋਣ, ਨੇਤਰ ਬੰਦ ਕੀਤੇ ਹੋਣ। ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਦੇ ਮੁਖ ਦੇ ਉੱਪਰ ਹੱਥ ਫੇਰ ਕੇ ਵਾਰ-ਵਾਰ ਯਾਦ ਕਰਦੇ ਹਨ। ਤਿਮਹੀ ਸ਼ੁਭ ਸ਼ੋਭਤ ਆਨੰਦ ਮਾਥਾ। ਸੋ ਕਹਿਣ ਲੱਗੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀਆਂ ਦਾ ਜਿਹੜਾ ਮੱਥਾ ਹੈ ਨਾ, ਉਸੇ ਤਰ੍ਹਾਂ ਖਿੜਿਆ ਹੋਇਆ। ਜਿਵੇਂ ਬਚਪਨ ਦੇ ਵਿੱਚ ਮਾਤਾ ਦੀ ਝੋਲੀ ਵਿੱਚ ਪੈ ਜਾਂਦੇ ਤੇ ਉਹਨਾਂ ਦਾ ਚਿਹਰਾ ਖਿੜਿਆ ਹੋਇਆ ਬੜਾ ਸੋਹਣਾ ਲੱਗਦਾ ਹੈ। ਅੱਜ ਭਾਵੇਂ ਸ਼ਹੀਦੀ ਹੋ ਗਈ ਹੈ, ਪਰ ਉਹੀ ਸੀਸ ਮਹਾਰਾਜ ਜੀਆਂ ਦਾ ਮਾਤਾ ਜੀ ਦੀ ਝੋਲੀ ਵਿੱਚ ਅੱਜ ਵੀ ਪਿਆ ਹੋਇਆ, ਪਰ ਮੱਥਾ ਉਸੇ ਤਰ੍ਹਾਂ ਹੀ ਖਿੜਿਆ ਹੋਇਆ ਕਮਲ ਦੇ ਫੁੱਲ ਵਰਗੀ। ਬੜੀ ਸੋਹਣੀ ਸ਼ੋਭਾ, ਬੜੀ ਸੋਹਣੀ ਕ੍ਰਾਂਤੀ ਮਹਾਰਾਜ ਜੀਆਂ ਦੇ ਮੁਖ ਦੇ ਉੱਪਰ ਹੈ। ਮੁੰਦਤ ਲੋਚਨ ਦੋਨੋਂ ਆਬਿਦ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦੋਨੇ ਨੇਤਰ ਕਹਿਣ ਲੱਗੇ ਵੀ ਇਸ ਤਰ੍ਹਾਂ ਬੰਦ ਨੇ, ਹੁਣ ਨੇਤਰ ਖੁੱਲਣਗੇ ਨਹੀਂ ਨਾ। ਮਹਾਰਾਜ ਸ਼ਹੀਦੀ ਪ੍ਰਾਪਤ ਕਰ ਗਏ, ਸੋ ਜਿਸ ਤਰ੍ਹਾਂ ਸੁੱਤੇ ਬੰਦੇ ਦੇ ਨੇਤਰ ਬੰਦ ਹੁੰਦੇ, ਕਹਿਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਨੇਤਰ ਇਸ ਤਰੀਕੇ ਦੇ ਨਾਲ ਬੰਦ ਹਨ। ਜਿਉਂ ਸਕੁੱਚੇ ਦਲਕੰਜ ਅਪਾਥਾ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਕਮਲ ਦਾ ਫੁੱਲ ਹੋਵੇ ਨਾ ਗੁਰਮੁਖੋ ਪਾਣੀ ਦੇ ਵਿੱਚ, ਤੇ ਜੇ ਪਾਣੀ ਸੁੱਕ ਜਾਵੇ, ਬਰਸਾਤ ਨਾ ਹੋਵੇ, ਤੇ ਪਾਣੀ ਸੁੱਕਣ ਦੇ ਨਾਲ ਕਮਲ ਦੇ ਫੁੱਲ ਦੀਆਂ ਪੰਖੜੀਆਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ, ਉਹ ਫਿਰ ਖਿੜਦੀਆਂ ਨਹੀਂ, ਬੰਦ ਹੋ ਜਾਂਦੀਆਂ। ਕਹਿਣ ਲੱਗੇ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਗੁਰਮੁਖੋਂ ਨੇਤਰ ਅੱਜ ਬੰਦ ਨੇ। ਭਾਵੇਂ ਕਿ ਮਾਤਾ ਜੀ ਵਾਰ-ਵਾਰ ਯਾਦ ਕਰਦੇ ਪਏ, ਪਰ ਸਤਿਗੁਰੂ ਹੁਣ ਇਹਨਾਂ ਨੇਤਰਾਂ ਨੂੰ ਖੋਲਣਗੇ ਨਹੀਂ। ਇਸ ਤਰ੍ਹਾਂ ਮਹਾਰਾਜ ਨੇਤਰ ਬੰਦ ਕਰਕੇ ਬਰਾਜੇ ਹਨ। ਮੇਚਕ ਸੇਤ ਸੁਕੇਸ ਮਿਲੇ। ਸੋ ਇੱਕ ਹੋਰ ਉਦਾਹਰਨ ਦਿੰਦੇ ਨੇ, ਮਹਾਰਾਜ ਜੀਆਂ ਦੇ ਜਿਹੜੇ ਕੇਸ ਨੇ ਨਾ ਗੁਰਮੁਖੋ, ਉਹ ਕੁਝ ਹਾਲੇ ਜਿਹੜੇ ਸੀਸ ਦੇ ਕੇਸ ਨੇ ਕੁਝ ਕਾਲੇ ਤੇ ਕੁਝ ਚਿੱਟੇ ਨੇ। ਇੰਨੀ ਕੁ ਉਮਰ ਆ ਸਰੀਰ ਦੀ, ਕੋਈ ਬਹੁਤੀ ਵੱਡੀ ਨਹੀਂ ਹੈ। ਕਾਲੇ ਤੇ ਚਿੱਟੇ ਵਾਲ ਮਹਾਰਾਜ ਜੀਆਂ ਦੇ ਕੇਸ, ਜਿਹੜੇ ਸਿਰ ਦੇ ਕੇਸ ਨੇ, ਕਹਿੰਦੇ ਇਸ ਤਰ੍ਹਾਂ ਮਿਲੇ ਹੋਏ ਸ਼ੋਭਾ ਪਾਉਂਦੇ ਹਨ। ਸ਼ਮਸ਼ਰਾਨਨ ਕੇ ਸ਼ੁਭ ਸ਼ੋਭਤ ਹੈ। ਕਹਿਣ ਲੱਗੇ ਜਿਸ ਤਰ੍ਹਾਂ ਮਹਾਰਾਜ ਜੀਆਂ ਦਾ ਚਿਹਰਾ ਜਿਹੜਾ ਨਾ ਸਤਿਗੁਰਾਂ ਦੇ ਚਿਹਰੇ ਦੇ ਉੱਪਰ ਜਿਸ ਤਰ੍ਹਾਂ ਦਾੜੇ ਦੇ ਕਾਲੇ ਤੇ ਚਿੱਟੇ ਸੀਸ ਸ਼ੋਭਾ ਪਾਉਂਦੇ ਨੇ, ਇਸੇ ਤਰ੍ਹਾਂ ਸਤਿਗੁਰਾਂ ਦੇ ਉਹ ਸੀਸ ਤੇ ਕੇਸ ਅੱਜ ਵੀ ਸ਼ੋਭਾ ਪਾ ਰਹੇ। ਸਿਰ ਦੇ ਕੁਝ ਕੇਸ ਮਹਾਰਾਜ ਜੀਆਂ ਦੇ ਕਾਲੇ, ਕੁਝ ਚਿੱਟੇ ਨੇ, ਅਤੇ ਦਾੜੇ ਦੇ ਕੇਸ ਵੀ ਕੁਝ ਕਾਲੇ ਤੇ ਚਿੱਟੇ। ਇਸੇ ਤਰ੍ਹਾਂ ਮਾਤਾ ਜੀ ਐਸੇ ਸੀਸ ਦੇ ਦਰਸ਼ਨ ਕਰਦੇ ਪਏ। ਆਪਣੇ ਮਨ ਦੇ ਵਿੱਚ ਸਤਿਗੁਰਾਂ ਦੀ ਉਹ ਤਸਵੀਰ ਆਪਾਂ ਲੈ ਕੇ ਆਈਏ, ਕਿਸ ਤਰ੍ਹਾਂ ਦਾ ਉਹ ਮਾਹੌਲ ਬਣਿਆ, ਕਿਸ ਤਰ੍ਹਾਂ ਦਾ ਉਹ ਸੀਸ ਬਿਰਾਜਮਾਨ ਹੋਇਆ ਹੋਵੇਗਾ, ਕਿੰਨੀ ਕੁ ਮਹਾਰਾਜ ਦੀ ਉਸ ਵੇਲੇ ਉਮਰਾ ਹੋਵੇਗੀ ਜਦੋਂ ਮਹਾਰਾਜ ਨੇ ਇਹ ਸਾਕਾ ਵਰਤਾਇਆ। ਸਤਿਗੁਰਾਂ ਦੇ ਦਾੜੇ ਦੇ ਕੇਸ ਚਿੱਟੇ ਅਤੇ ਕਾਲੇ ਰਲੇ ਮਿਲੇ ਸ਼ੋਭਾ ਪਾ ਰਹੇ, ਸੀਸ ਦੇ ਕੇਸ ਵੀ ਇਸੇ ਤਰ੍ਹਾਂ ਬੜੇ ਸੁੰਦਰ ਲੱਗਦੇ ਹਨ। ਬ੍ਰਿੰਦ ਮਸੰਦ ਵੱਡੇ ਸਿੱਖ ਸੇਵਕ। ਸਤਿਗੁਰਾਂ ਦੇ ਕੋਲ ਬੜੇ ਬੜੇ ਵੱਡੇ ਮਸੰਦ
ਬਹੁਤੇ ਵੱਡੇ ਇਲਾਕੇ ਦੇ ਜਿਹੜੇ ਜਥੇਦਾਰ ਸਨ, ਜਿਨ੍ਹਾਂ ਦੇ ਕੋਲ ਵੱਡੇ ਇਲਾਕੇ ਤੇ ਬਹੁਤੀ ਗ੍ਰਾਈ ਕਰਨ ਵਾਲੇ, ਉਹ ਵੀ ਕੋਲ ਖਲੋਤੇ ਹੋਏ। ਮਹਾਰਾਜ ਜੀਆਂ ਦੇ ਘਰ ਦੇ ਸੇਵਕ ਜਿਹੜੇ ਨੌਕਰ ਸਨ, ਗੁਰੂ ਘਰ ਦੀ ਸੇਵਾ ਕਰਨ ਵਾਲੇ, ਉਹ ਵੀ ਕੋਲ ਖਲੋ ਕੇ ਦਰਸ਼ਨ ਕਰਦੇ ਪਏ। ਤੇ ਜਿਹੜੇ ਸਿੱਖ ਨੇ ਮਹਾਰਾਜ ਦੇ ਘਰ ਦੇ ਪਿਆਰੇ ਪ੍ਰੇਮੀ ਗੁਰਮੁਖ ਨੇਮੀ, ਦੂਰੋਂ ਨੇੜੋਂ ਦੀਆਂ ਸੰਗਤਾਂ, ਜਿਨ੍ਹਾਂ ਨੂੰ ਗੁਰਮੁਖੋਂ ਪਤਾ ਲੱਗਾ ਹੈ, ਉਹ ਸਾਰੇ ਚੱਲ ਚੱਲ ਕੇ ਆਉਂਦੇ ਹਨ। ਏਤ ਬਿਲੋਕਨ ਲੋਭਤ ਹੈ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਵਿੱਤਰ ਸੀਸ ਨੂੰ ਦੇਖਦੇ ਪਏ। ਹਰੇਕ ਹੀ ਅੱਗੇ ਇੱਕ ਦੂਜੇ ਤੋਂ ਮੋਢੇ ਤੋਂ ਅੱਗੇ ਵੱਧ ਕੇ ਇੱਕ ਦੂਜੇ ਨੂੰ ਪਾਸੇ ਕਰਕੇ, ਭਾਈ ਪਰੇ ਹੋ ਜਾਓ, ਤੁਸੀਂ ਦਰਸ਼ਨ ਕਰ ਲੈ, ਹੁਣ ਮੈਨੂੰ ਕਰ ਲੈਣ ਦਿਓ। ਇਸ ਤਰ੍ਹਾਂ ਸੰਗਤਾਂ ਅੱਗੇ ਵਧਦੀਆਂ ਹਨ। ਪੀਰ ਭਈ ਸਭ ਬੰਦਤ ਹੈ। ਸਤਿਗੁਰਾਂ ਦੇ ਘਰ ਦੇ ਵਿੱਚ ਗੁਰਮੁਖੋ ਬਹੁਤ ਜ਼ਿਆਦਾ ਭੀੜ ਹੋ ਗਈ ਅਤੇ ਸਾਰੀਆਂ ਸੰਗਤਾਂ ਨਮਸਕਾਰਾਂ ਕਰਦੀਆਂ। ਕੋਈ ਸੱਜਿਓਂ ਖੱਬਿਓਂ, ਜਿੱਧਰੋਂ ਵੀ ਕਿਸੇ ਦਾ ਧਿਆਨ ਪੈਂਦਾ, ਜਿੱਧਰੋਂ ਵੀ ਕਿਸੇ ਨੂੰ ਦਰਸ਼ਨ ਹੋ ਰਿਹਾ। ਸਤਿਗੁਰਾਂ ਦੇ ਘਰ ਵਿੱਚ ਇੰਨੀ ਭੀੜ ਹੋ ਗਈ ਹੈ, ਇੰਨੀ ਸੰਗਤ ਇਕੱਠੀ ਹੋ ਗਈ ਹੈ ਵੀ ਇਸ ਵੇਲੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੈ। ਸਾਰੀ ਸੰਗਤ ਆਪੋ ਆਪਣੇ ਦਰਸ਼ਨ ਕਰ ਰਹੀ ਹੈ। ਬੜ ਪ੍ਰੇਮ ਧਰੇ ਔਰ ਸ਼ੋਭਤ ਹੈ। ਸਤਿਗੁਰਾਂ ਦੇ ਉੱਪਰ ਬੜਾ ਜ਼ਿਆਦਾ ਪ੍ਰੇਮ ਸੰਗਤਾਂ ਦੇ ਮਨ ਵਿੱਚ ਹੈ। ਇਸ ਕਰਕੇ ਮਨ ਦੇ ਵਿੱਚ ਸ਼ੋਭਤ ਕਹੀਏ, ਸ਼ੋਭ ਹੋ ਰਹੀ ਹੈ, ਦੁੱਖ ਹੋ ਰਿਹਾ। ਹਰੇਕ ਦੇ ਮਨ ਵਿੱਚ ਦੁੱਖ ਹੈ। ਸਤਿਗੁਰਾਂ ਦੇ ਐਸੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਹਰੇਕ ਦਾ ਮਨ ਵੈਰਾਗ ਦੇ ਸਮੇਤ ਹੈ। ਸਾਧਨ ਕੀਨ ਚਿਖਾ ਰਚਕੈ। ਕਹਿਣ ਲੱਗੇ ਇਸ ਤਰ੍ਹਾਂ ਹੁਣ ਚਿਖਾ ਤਿਆਰ ਕੀਤੀ ਹੋਈ ਹੈ। ਸਤਿਗੁਰਾਂ ਦਾ ਪਵਿੱਤਰ ਸੀਸ ਚੁੱਕਿਆ ਤੇ ਚਿਖਾ ਦੇ ਉੱਪਰ ਬਿਰਾਜਮਾਨ ਕਰ ਦਿੱਤਾ। ਇਹ ਸਾਰੀ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਪਣੇ ਹੱਥਾਂ ਦੇ ਨਾਲ ਕਰਦੇ ਪਏ। ਸਤਿਗੁਰਾਂ ਨੇ ਚੁੱਕਿਆ ਸੀਸ ਤੇ ਉਸ ਵੇਲੇ ਆਪ ਪਾਤਸ਼ਾਹ ਨੇ ਚਿਖਾ ਦੇ ਉੱਪਰ ਬਿਰਾਜਮਾਨ ਕੀਤਾ ਹੈ। ਦੁੱਖ ਸ਼ੋਕ ਜਿਉ ਸੰਕਟ ਚੋਬਤ ਹੈ। ਇਹ ਕਹਿਣ ਲੱਗੇ ਸੰਗਤਾਂ ਜਿਹੜੇ ਦਰਸ਼ਨ ਕਰਦੀਆਂ ਪਈਆਂ, ਉਹਨਾਂ ਨੂੰ ਬੜਾ ਦੁੱਖ ਹੁੰਦਾ। ਕਿਵੇਂ ਦੁੱਖ ਹੋ ਰਿਹਾ ਹੈ? ਕਹਿਣ ਲੱਗੇ ਤੁਰੇ ਜਾਂਦਿਆਂ ਪੈਰਾਂ ਵਿੱਚ ਕੰਡਾ ਵੱਜ ਜਾਵੇ ਨਾ, ਤੇ ਕੰਡੇ ਦੀ ਚੁੱਭਣ ਦੀ ਬੜੀ ਦਰਦ ਹੈ। ਤੇ ਜੇ ਕੰਡੇ ਚੁੱਭੇ ਵਾਲਾ ਪੈਰ ਦੁਬਾਰਾ ਫਿਰ ਧਰਤੀ ਤੇ ਰੱਖਣਾ ਪਵੇ, ਉਹਦੀ ਪੀੜ ਹੋਰ ਜ਼ਿਆਦਾ ਡਬਲ ਹੋ ਜਾਂਦੀ ਹੈ, ਉਹ ਜ਼ਿਆਦਾ ਹੋਰ ਦੁਖਦਾਈ ਹੋ ਜਾਂਦਾ ਹੈ। ਸਤਿਗੁਰਾਂ ਦੇ ਚਿਹਰੇ ਦੇ ਦਰਸ਼ਨ ਹੋ ਰਹੇ ਅਤੇ ਨਾਲ ਇਹ ਵੀ ਸੰਗਤਾਂ ਨੂੰ ਪਤਾ ਹੈ ਵੀ ਅੱਜ ਤੋਂ ਬਾਅਦ ਇਸ ਨੂਰਾਨੀ ਚਿਹਰੇ ਨੂੰ ਅਸੀਂ ਤੱਕ ਨਹੀਂ ਪਾਵਾਂਗੇ। ਸਤਿਗੁਰਾਂ ਦਾ ਸੰਸਕਾਰ ਹੋਣ ਲੱਗਾ। ਗੁਰਮੁਖੋ ਧੰਨ ਦਸਵੇਂ ਪਾਤਸ਼ਾਹ ਆਪਣੇ ਹੱਥੀਂ ਇਹ ਸੇਵਾ ਕਰਦੇ ਪਏ। ਸੰਗਤਾਂ ਦੇ ਮਨ ਬੜੇ ਉਸ ਵੇਲੇ ਜਿਹੜੇ ਨੇ ਉਦਾਸ ਨੇ, ਬੜਾ ਦੁੱਖ ਹੈ ਮਨ ਦੇ ਵਿੱਚ। ਇਹ ਐਸੀ ਹਾਲਤ ਉਸ ਵੇਲੇ ਬਣੀ ਹੋਈ ਹੈ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਵੇਂ ਆਪਣੇ ਪਿਤਾ ਦਾ ਸੰਸਕਾਰ ਕਰਨਗੇ ਅਤੇ ਕਿਹੜੇ ਉਸ ਵੇਲੇ ਬਚਨ ਆਪਣੇ ਮੁਖ ਤੋਂ ਆਖਦੇ, ਸੰਗਤ ਨੂੰ ਉਪਦੇਸ਼ ਕੀ ਦੇਣਗੇ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਹ ਸਾਰੇ ਬਚਨ